ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਧਰ ਪਰ ਧਰ ਕਰ ਮਾਥ, ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਸੰਗਤ ਕੋ ਪਰਸ ਮਹਿ, ਕੀਤਿਕ ਛਟਵੈ ਪਾਵਾਸ। ਸਤਿਗੁਰਾਂ ਦੀ ਪਿਆਰੀ ਸੰਗਤ। ਸੰਗਤ ਜਦੋਂ ਮਹਾਰਾਜਿਆਂ ਦੇ ਦਰ ਤੇ ਆਉਂਦੀ, ਕਿੰਨੇ ਕੁ ਮਹਾਰਾਜਿਆਂ ਦੇ ਦਰ ਤੇ ਜਿਹੜੇ ਬਹੁਮੁੱਲੀਆਂ ਭੇਟਾਵਾਂ ਲੈ ਕਰਕੇ ਆਉਂਦੇ। 6 ਮਹੀਨਿਆਂ ਬਾਅਦ, ਸਾਲ ਬਾਅਦ ਸਤਿਗੁਰਾਂ ਦੇ ਦਰ ਤੇ ਸੰਗਤ ਆਉਂਦੀ ਹੈ। ਆਵਹਿ ਅਰਪਹਿ ਪਾਏ ਫਲ, ਹੋਤ ਵਿਸਾਲ ਪ੍ਰਕਾਸ਼। ਸੰਗਤ ਆਉਂਦੀ, ਭੇਟਾਵਾਂ ਭੇਟ ਕਰਦੀ, ਔਰ ਮਹਾਰਾਜ ਜੀ ਸੁੱਖ ਫਲ ਦੀ ਆਸ਼ੀਰਵਾਦ ਬਖਸ਼ਿਸ਼ ਕਰਦੇ। ਸਤਿਗੁਰਾਂ ਦੇ ਦਰ ਤੋਂ ਸੁੱਖ ਫਲ ਪ੍ਰਾਪਤ ਕਰਦੇ ਹਨ। ਚਉਪਈ ਧਨ ਅਨਗਣਤ ਚਲਿਓ ਨਿਤ ਆਵਹਿ,
ਅਣਗਿਣਤ ਧਨ ਭੇਟਾਵਾਂ ਸਤਿਗੁਰਾਂ ਦੇ ਦਰ ਵਿਖੇ ਚੱਲੀਆਂ ਆਉਂਦੀਆਂ ਹਨ। ਕੁਛ ਗਿਣਤੀ ਕਿਸ ਕੋ ਨਹਿ ਪਾਵਹਿ। ਕੋਈ ਵੀ ਗਿਣਤੀ ਨਹੀਂ ਕਰ ਸਕਦਾ, ਕੋਈ ਅੰਦਾਜ਼ਾ ਨਹੀਂ ਲਾ ਸਕਦਾ ਮਹਾਰਾਜਿਆਂ ਦੇ ਦਰ ਘਰ ਦੀ ਮਹਿਮਾ ਦਾ। ਇੱਕ ਦਿਨ ਬੈਠੇ ਗੁਰੂ ਕਿਰਪਾਲਾ। ਕਿਰਪਾ ਦੇ ਘਰ ਸਤਿਗੁਰੂ ਜੀ ਇੱਕ ਦਿਨ ਬੈਠੇ ਹਨ। ਲੀਲਾ ਅਚਰਜ ਕਰਹਿ ਬੈਸਾਲਾ। ਅਚਰਜ ਲੀਲਾ ਸਤਿਗੁਰੂ ਜੀ ਕੋ ਅਚਰਜ ਕੌਤਕ ਨੇ ਮਹਾਰਾਜ ਜੀਆਂ ਦੇ। ਚੋਜੀ ਪ੍ਰੀਤਮ ਹਨ ਸਤਿਗੁਰੂ ਜੀ, ਅਚਰਜ ਲੀਲਾ ਮਹਾਰਾਜ ਜੀ ਰਚਾਉਂਦੇ ਹਨ। ਦਸਨ ਸੋ ਇਮ ਹੁਕਮ ਬਖਾਨਾ। ਸੇਵਕਾਂ ਨੂੰ ਮਹਾਰਾਜਿਆਂ ਨੇ ਹੁਕਮ ਕੀਤਾ ਹੈ। ਸਕਲ ਨਿਕਾਸੋ ਤੋਸ਼ੇ ਖਾਨਾ। ਜਿੰਨਾ ਖਜ਼ਾਨਾ ਇਕੱਠਾ ਕੀਤਾ ਹੈ, ਪਹਿਲਾਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਔਰ ਸੰਗਤਾਂ ਬਹੁਮੁੱਲੀਆਂ ਭੇਟਾਵਾਂ ਲੈ ਕਰਕੇ ਆਈਆਂ, ਤੋਸ਼ੇ ਖਾਨੇ ਵਿੱਚ ਰੱਖ ਦਿੱਤੀਆਂ। ਹੁਣ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਖਜ਼ਾਨਾ ਹੈ ਤੋਸ਼ੇ ਖਾਨੇ ਦੇ ਵਿੱਚ, ਜਿੰਨੀ ਮਾਇਆ ਹੈ, ਜਿੰਨੇ ਗਹਿਣੇ ਆਦਿ ਹਨ, ਸਾਰਾ ਖਜ਼ਾਨਾ ਜਿਹੜਾ ਹੈ ਉਹ ਬਾਹਰ ਕੱਢਣਾ ਕਰੋ, ਖਾਲੀ ਕਰਨਾ ਕਰੋ। ਆਨ ਆਨ ਕਰਤ ਹੋ ਅਗਾਰੀ। ਲਿਆ ਲਿਆ ਕਰਕੇ ਜਿੰਨੀਆਂ ਭੇਟਾਵਾਂ ਆਈਆਂ ਨੇ ਮਹਾਰਾਜ ਜੀ ਕਹਿੰਦੇ ਬਾਹਰ ਕੱਢ ਕਰਕੇ ਸਾਡੇ ਸਾਹਮਣੇ ਲਿਆ ਕਰਕੇ ਰੱਖੋ। ਹੋ ਲਗ ਜਾਓ ਨ ਕਰੋ ਅਵਾਰੀ। ਹੁਣੇ ਲੱਗ ਜਾਓ ਸੇਵਾ ਦੇ ਵਿੱਚ, ਮਹਾਰਾਜ ਜੀ ਕਹਿੰਦੇ ਦੇਰ ਨਹੀਂ ਕਰਨੀ। ਹੁਣੇ ਹੀ ਸੇਵਾ ਜਿਹੜੀ ਹੈ ਉਹ ਆਰੰਭ ਕਰ ਦਿਓ। ਜਿੰਨਾ ਖਜ਼ਾਨਾ ਰੱਖਿਆ ਤੋਸ਼ੇ ਖਾਨੇ ਦੇ ਵਿੱਚੋਂ ਬਾਹਰ ਕੱਢ ਦਿਓ, ਪੰਡਾਂ ਬੰਨ ਕੇ ਬਾਹਰ ਲੈ ਕੇ ਆਉਣਾ ਕਰੋ। ਸੁਨ ਆਗਿਆ ਤੂੰ ਕਰਤ ਨਿਕਾਸੇ। ਸਤਿਗੁਰਾਂ ਦੀ ਆਗਿਆ ਮੰਨਦਿਆਂ ਹੋਇਆ ਖਜ਼ਾਨਾ ਜਿਹੜਾ ਹੈ ਬਾਹਰ ਕੱਢਣ ਲੱਗੇ ਹਨ। ਜ਼ਰੀ ਬਾਫਤਾ ਮਲ ਮਲ ਖਾਸੇ। ਬੜੇ ਸੁੰਦਰ ਵਸਤਰ ਹਨ, ਜਰੀਦਾਰ, ਤਿੱਲੇ ਦੀ ਕਢਾਈ ਕੀਤੀ ਹੋਈ, ਕਈ ਪ੍ਰਕਾਰ ਦੇ ਬਹੁਮੁੱਲੇ ਵਸਤਰ। ਤਾਸ ਬਾਦਲਾ ਚਮਕਤ ਘਣੇ। ਔਰ ਸੁੰਦਰ ਨਗ ਮੋਤੀ ਹੀਰੇ ਜਿਹੜੇ ਹਨ ਉਹ ਚਮਕਦੇ ਹਨ। ਖੀਨ ਖਾਬ ਜ਼ਰ ਬੂਟੇ ਸਣੇ। ਔਰ ਮਹਾਰਾਜਿਆਂ ਦੇ ਵਾਸਤੇ ਸੁੰਦਰ ਜਿਹੜੀਆਂ ਭੇਟਾਵਾਂ ਸੰਗਤਾਂ ਲੈ ਕਰਕੇ ਆਈਆਂ, ਇਹਨਾਂ ਦੀ ਚਮਕ ਵੱਖਰੀ ਹੈ। ਬਹੁਮੁੱਲੀਆਂ ਭੇਟਾਵਾਂ ਹਨ, ਨਗ ਮੋਤੀ ਜੜੇ ਹੋਏ ਹਨ। ਭਾਰ ਉਠਾਵਤ ਲੈ ਆਵਹਿ। ਸਤਿਗੁਰਾਂ ਦਾ ਬਚਨ ਮੰਨ ਕੇ ਗੁਰਸਿੱਖ ਪੰਡਾਂ ਬੰਨ ਕੇ ਲੈ ਕੇ ਆਉਂਦੇ ਹਨ। ਸ੍ਰੀ ਸਤਿਗੁਰ ਕੇ ਅਗਰ ਟਿਕਾਵਹਿ। ਗੁਰੂ ਸਾਹਿਬ ਜੀ ਦੇ ਅੱਗੇ ਲਿਆ ਕਰਕੇ ਸਾਰਾ ਜਿਹੜਾ ਖਜ਼ਾਨਾ ਕੱਢਦੇ ਹਨ, ਰੱਖੀ ਜਾਂਦੇ ਹਨ। ਵਸਤਰਨ ਜਾਤ ਅਨੇਕ ਪ੍ਰਕਾਰੋ। ਅਨੇਕਾਂ ਪ੍ਰਕਾਰ ਦੇ ਵਸਤਰ ਹਨ। ਸਭ ਦੇਸ਼ਨ ਤੇ ਲਿਆਏ ਹਜ਼ਾਰੋ। ਦੇਸ਼ਾਂ ਪ੍ਰਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਲੈ ਕੇ ਆਈ ਹੈ। ਸੋ ਸਗਰੇ ਬਾਹਰ ਨਿਕਸਾਏ। ਜਿੰਨਾ ਖਜ਼ਾਨਾ ਸੀ ਸਾਰਾ ਤੋਸ਼ੇ ਖਾਨੇ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਬਾਹਰ ਕਢਵਾਇਆ ਹੈ। ਜੁਦੇ ਜੁਦੇ ਕਰ ਗੁਰੂ ਦਿਖਾਏ। ਕੱਲਾ ਕੱਲਾ ਜਿਹੜੀ ਭੇਟਾ ਹੈ, ਵਸਤਰ ਹੈ, ਥਾਨ ਹੈ, ਅਲੱਗ ਲਿਆ ਕੇ ਮਹਾਰਾਜਿਆਂ ਨੂੰ ਦਿਖਾਉਂਦੇ ਹਨ। ਅਨੇਕ ਜਾਤ ਕੇ ਸੁੰਦਰ ਘਣੇ। ਅਨੇਕਾਂ ਪ੍ਰਕਾਰ ਦੀਆਂ ਸੁੰਦਰ ਵਸਤੂਆਂ ਹਨ, ਬਹੁਮੁੱਲੇ ਵਸਤਰ ਹਨ। ਕਈ ਪ੍ਰਕਾਰ ਦਾ ਜਿਹੜਾ ਸੋਨਾ ਲੈ ਕਰਕੇ ਆਂਦਾ ਹੈ। ਚੌਦਿਸ ਤੇ ਆਏ ਦਰਸਣੇ। ਚਾਰੇ ਦਿਸ਼ਾਵਾਂ ਤੋਂ ਸੰਗਤ ਲੈ ਕੇ ਆਈ ਹੈ ਭੇਟਾਵਾਂ। ਜਿਨ ਕੇ ਦੇਖਤ ਹੋਤ ਉਲਾਸ। ਜਿਨ੍ਹਾਂ ਨੂੰ ਦੇਖ ਕੇ ਮਨ ਬੜਾ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਐਸੀਆਂ ਬਹੁਮੁੱਲੀਆਂ ਭੇਟਾਵਾਂ ਹਨ। ਮਨੋ ਤੇਜ ਕਰ ਅਧਿਕ ਪ੍ਰਕਾਸ਼। ਔਰ ਦੇਖਦੇ ਹਨ ਐਸਾ ਪ੍ਰਕਾਸ਼ ਇਹਨਾਂ ਵਸਤੂਆਂ ਦਾ, ਸੁੰਦਰ ਨਗਮੋਤੀ ਚਮਕਦੇ ਹਨ। ਕਾਰੀਗਰ ਚਤਰਨ ਕੇ ਕਰੇ। ਕਾਰੀਗਰ ਜਿਹੜੇ ਸੀ ਮਹਾਰਾਜਿਆਂ ਨੇ ਉਹ ਵੀ ਲਾ ਦਿੱਤੇ, ਜਿਹੜੀ ਤਿੱਲੇਦਾਰ ਕਢਾਈ ਕੀਤੀ ਉਹ ਵੱਖ ਕਰਨ ਵਾਸਤੇ। ਸੋਨੇ ਚਾਂਦੀ ਨਗ ਜਿਹੜੇ ਲੱਗੇ ਹੋਏ
ਉਹਨਾਂ ਨੂੰ ਵੱਖ ਕਰ ਲਿਆ ਜਾਵੇ ਵਸਤਰਾਂ ਨਾਲੋਂ। ਸਭ ਦਿਖਾਏ ਕਰ ਆਗੇ ਧਰੇ। ਔਰ ਜਿਹੜੇ ਮਹਾਰਾਜਿਆਂ ਦੇ ਤੋਸ਼ੇ ਖਾਨੇ ਦੇ ਵਿੱਚ ਜਿੰਨਾ ਖਜ਼ਾਨਾ ਰੱਖਿਆ ਹੋਇਆ ਸੀ, ਸਾਰਾ ਗੁਰਸਿੱਖਾਂ ਨੇ ਬਾਹਰ ਕੱਢ ਕਰਕੇ ਸਤਿਗੁਰਾਂ ਦੇ ਅੱਗੇ ਲਿਆ ਕਰਕੇ ਧਰ ਦਿੱਤਾ ਹੈ। ਬਾਹਰ ਜੌਨਪੁਰ ਆਦਿਕ ਜੇਤੇ। ਜੌਨਪੁਰ ਆਦ ਜਿਹੜਾ ਇਲਾਕਾ ਹੈ, ਇੱਥੇ ਸਤਿਗੁਰਾਂ ਦੇ ਪਿਆਰੇ ਜੋ ਵਸਦੇ ਹਨ। ਅਨੇਕ ਉਪਾਇਨ ਪਠਵਤ ਤੇਤੇ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਵੱਖੋ ਵੱਖਰੀਆਂ ਵਸਤੂਆਂ ਲੈ ਕਰਕੇ ਆਉਂਦੇ ਹਨ। ਅਤਰ ਫੁਲੇਲ ਵਿਸਾਲ ਤਹਾਂ ਕੋ। ਸੁੰਦਰ ਅਤਰ ਫੁਲੇਲ ਜਿਹੜਾ ਹੈ ਬਹੁ ਗਿਣਤੀ ਦੇ ਵਿੱਚ ਲੈ ਕੇ ਆਏ ਹਨ। ਕਹਿ ਕਰ ਸੋ ਨਿਕਸਾਏ ਮਹਾ ਕੋ। ਜੋ ਜੋ ਵੀ ਖਜ਼ਾਨੇ ਦੇ ਵਿੱਚ ਵਸਤੂ ਰੱਖੀ ਹੋਈ ਹੈ, ਗੁਰੂ ਸਾਹਿਬ ਜੀ ਨੇ ਕਹਿ ਕੇ ਸਾਰੀ ਬਾਹਰ ਕਢਵਾਈ ਹੈ। ਜਬਹਿ ਪ੍ਰਿੰਦ ਕੋ ਧਰਿਓ ਅਗਾਰੀ। ਜਦੋਂ ਸਾਰਾ ਹੀ ਖਜ਼ਾਨਾ ਮਹਾਰਾਜਿਆਂ ਦੇ ਅੱਗੇ ਲਿਆ ਕੇ ਧਰ ਦਿੱਤਾ ਹੈ। ਦਾਸਨ ਪ੍ਰਤ ਸਤਿਗੁਰੂ ਉਚਾਰੀ। ਮਹਾਰਾਜਿਆਂ ਨੇ ਫਿਰ ਸੇਵਕਾਂ ਨੂੰ ਇਹ ਬਚਨ ਕਰਦੇ ਹਨ। ਅਤਰ ਫੁਲੇਲਨ ਥਾਨ ਪਿਗੋਵਹੁ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਅਤਰ ਫੁਲੇਲ ਆਦਿ ਜਿਹੜਾ ਹੈ ਇੱਕ ਥਾਂ ਤੇ ਸਾਰਾ ਇਕੱਠਾ ਕਰ ਦੇਣਾ ਕਰੋ। ਤਾਸ ਬਾਦਲਾ ਆਦਿਕ ਜੋਵਹੁ। ਔਰ ਜਿਹੜੇ ਜਰੀਦਾਰ ਵਸਤਰ ਹਨ ਉਹ ਵੀ ਇੱਕ ਥਾਂ ਤੇ ਇਕੱਠੇ ਕਰ ਲੈਣਾ ਕਰੋ। ਵੱਡੇ ਵੱਡੇ ਪੁਰ ਤੇ ਬਹੁ ਆਏ। ਜਿਹੜੇ ਵੱਡੇ ਵੱਡੇ ਨਗਰਾਂ ਤੋਂ ਆਏ ਹਨ, ਬਹੁਮੁੱਲੀਆਂ ਭੇਟਾਵਾਂ ਪਹੁੰਚੀਆਂ ਹਨ। ਕਹਿ ਕਰ ਅਤਰ ਫੁਲੇਲ ਪਿਗਾਏ। ਅਤਰ ਫੁਲੇਲ ਜਿਹੜੇ ਸੀ ਇੱਕ ਥਾਂ ਤੇ ਭਿਉਂ ਦਿੱਤੇ ਹਨ। ਦਾਸ ਸਮੀਪੀ ਬਸਮਤ ਜੋਵਤ। ਔਰ ਜਿਹੜੇ ਸਤਿਗੁਰਾਂ ਦੇ ਪਿਆਰੇ ਸੇਵਕ ਹਨ, ਨਿਕਟਵਰਤੀ ਸਤਿਗੁਰਾਂ ਦੇ ਗੁਰਸਿੱਖ, ਕਿਆ ਲੀਲਾ ਸਤਿਗੁਰ ਕੀ ਹੋਵਤ। ਮਨ ਵਿੱਚ ਵਿਚਾਰ ਕਰਦੇ ਹਨ, ਕਲਗੀਧਰ ਪਿਤਾ ਸੁਆਮੀ ਸਤਿਗੁਰਾਂ ਦੀ ਇਹ ਕੀ ਲੀਲਾ ਹੋ ਸਕਦੀ ਹੈ, ਸਤਿਗੁਰਾਂ ਦੀ ਕੀ ਵਡਿਆਈ ਹੋ ਸਕਦੀ ਹੈ। ਕਿਉਂਕਿ ਸਤਿਗੁਰਾਂ ਦੀ ਬਣਾਈ ਹੋਈ ਮਰਿਆਦਾ ਕੇਵਲ ਸਤਿਗੁਰੂ ਜੀ ਜਾਣਦੇ ਹਨ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਹਾਡੀ ਬਣਾਈ ਹੋਈ ਮਰਿਆਦਾ, ਤੁਹਾਡੀ ਬਣਾਈ ਹੋਈ ਗਤੀ ਸਤਿਗੁਰੂ ਜੀ ਇਹ ਤੁਸੀਂ ਆਪ ਜਾਣਦੇ ਹੋ। ਕਿਉਂ ਗੁਰਸਿੱਖ ਵਿਚਾਰ ਕਰਦੇ, ਮਹਾਰਾਜਿਆਂ ਨੇ ਪਹਿਲਾਂ ਸਾਰਾ ਜਿਹੜਾ ਖਜ਼ਾਨਾ ਸੀ, ਜਿੰਨੀਆਂ ਭੇਟਾਵਾਂ ਆਈਆਂ, ਤੋਸ਼ੇਖਾਨੇ ਵਿੱਚ ਰਖਾ ਦਿੱਤੀ। ਹੁਣ ਸਤਿਗੁਰੂ ਜੀ ਕਹਿੰਦੇ ਹਨ ਭਾਈ ਸਾਰਾ ਕੁਝ ਬਾਹਰ ਕੱਢ ਕੇ ਲਿਆਉਣਾ ਕਰੋ। ਜਦੋਂ ਸਾਰਾ ਤੋਸ਼ੇਖਾਨਾ ਖਾਲੀ ਕਰ ਦਿੱਤਾ, ਵਿਚਾਰ ਕਰਦੇ ਨੇ ਗੁਰਸਿੱਖ ਕੀ ਰਮਜ ਹੋ ਸਕਦੀ ਹੈ। ਕਹਿਣ ਲੱਗੇ ਸਤਿਗੁਰੂ ਜੀ ਰਮਜ ਸਤਿਗੁਰੂ ਜੀ ਆਪ ਜਾਣਦੇ ਹਨ। ਸਤਿਗੁਰੂ ਜੀ ਕੀ ਕੌਤਕ ਵਰਤਾਉਣਾ ਚਾਹੁੰਦੇ ਹਨ, ਐਸੀ ਲੀਲਾ ਇਹ ਕੇਵਲ ਮਹਾਰਾਜ ਜੀ ਆਪ ਜਾਣਦੇ ਹਨ। ਕਹਿ ਸਭ ਹਿਨ ਕੋ ਆਗ ਲਗਾਈ। ਗੁਰੂ ਸਾਹਿਬ ਜੀ ਨੇ ਜਿੰਨਾ ਖਜ਼ਾਨਾ ਸੀ, ਜਿੰਨੇ ਬਸਤਰ ਸਨ, ਜਰੀਦਾਰ ਬਹੁਮੁੱਲੇ ਨਗ ਮੋਤੀ ਹੀਰੇ ਚੜੇ ਹੋਏ, ਸਤਿਗੁਰੂ ਜੀ ਕਹਿੰਦੇ ਭਾਈ ਬਾਹਰ ਕੱਢ ਲਓ। ਬਾਹਰ ਕੱਢ ਕੇ ਜਦੋਂ ਲੈ ਕੇ ਆਂਦਾ, ਢੇਰ ਬਣਾ ਕਰਕੇ ਮਹਾਰਾਜਿਆਂ ਨੇ ਅੱਗ ਲਵਾ ਦਿੱਤੀ ਹੈ। ਜਰ ਬਰ ਭਸਮ ਭਈ ਤਿਸ ਥਾਈ। ਔਰ ਇੱਕ ਛਿਨ ਦੇ ਵਿੱਚ ਹੀ ਸਾਰਾ ਜਿੰਨਾ ਸਮਾਨ ਸੀ ਜੜ ਬਲ ਕਰਕੇ ਸਵਾਹ ਹੋ ਗਿਆ ਹੈ। ਅਤਰ ਸਮੇਤ ਫੁਕਾਏ ਥਾਨ। ਔਰ ਫਿਰ ਹੋਰ ਜਿੰਨੇ ਥਾਨ ਸਨ ਬਸਤਰਾਂ ਦੇ, ਵੱਡੇ ਵੱਡੇ ਥਾਨ ਗੁਰਸਿੱਖ ਲੈ ਕੇ ਆਏ ਹਨ। ਜੋ ਪ੍ਰਾਪਤ ਹੋਏ ਮੋਲ ਮਹਾਨ। ਜਿਹੜੇ ਬੜਾ ਭਾਰੀ ਮੁੱਲ ਦੇ ਕਰਕੇ ਪ੍ਰਾਪਤ ਹੋਏ, ਖਰੀਦੇ ਹਨ ਗੁਰਸਿੱਖਾਂ ਨੇ। ਤਿਨ ਤੇ ਨਿਕਸਿਓ ਰਜਤ ਕਨੇਰਾ। ਇਹਨਾਂ ਦੇ ਵਿੱਚੋਂ ਜਿਹੜੇ ਸੀ, ਕਿਉਂਕਿ ਜਰੀਦਾਰ ਸਨ, ਤਿੱਲੇਦਾਰ, ਸੋਨੇ ਦੀ ਕਢਾਈ ਕੱਢੀ ਹੋਈ, ਇਹਨਾਂ ਦੇ ਵਿੱਚੋਂ ਜਦੋਂ ਇਹਨਾਂ ਨੂੰ ਸਾੜਿਆ ਗਿਆ ਹੈ ਵਸਤਰਾਂ ਨੂੰ, ਥਾਨਾਂ ਨੂੰ, ਇਹਨਾਂ ਦੇ ਵਿੱਚੋਂ ਬਹੁਤ ਸਾਰਾ ਸੋਨਾ ਜਿਹੜਾ ਹੈ ਉਹ ਨਿਕਲਿਆ ਹੈ। ਇਕੱਠੋ ਕਰਵਾਇਓ ਤਿਸ ਬੇਰਾ। ਮਹਾਰਾਜਿਆਂ ਨੇ ਸਾਰਾ ਹੀ ਇਹ ਮਾਲ ਧਨ ਇਕੱਠਾ ਕਰਵਾਇਆ ਹੈ। ਬੰਦ ਕੋਟ ਦੇ ਗੰਢ ਸਬਨ ਕੋ।
ਔਰ ਸਾਰੀਆਂ ਵਸਤੂਆਂ ਦੀਆਂ ਪੋਟਲੀਆਂ ਬਣਾ ਲਈਆਂ, ਗੱਠਾਂ ਬੰਨ੍ਹ ਦਿੱਤੀਆਂ ਹਨ। ਹੁਕਮ ਮਨ ਦਾਸਨ ਧਰ ਤਿਨ ਕੋ। ਔਰ ਦਾਸਾਂ ਨੇ ਮਹਾਰਾਜ ਜੀਆਂ ਦਾ ਹੁਕਮ ਮੰਨਦਿਆਂ ਹੋਇਆ ਸਾਰਾ ਜਿਹੜਾ ਖਜ਼ਾਨਾ ਸੀ, ਜਿਵੇਂ ਜਿਵੇਂ ਮਹਾਰਾਜ ਜੀ ਕਹਿੰਦੇ ਹਨ ਉਸੇ ਤਰ੍ਹਾਂ ਗੁਰਸਿੱਖ ਕਰਦੇ ਹਨ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇੱਕ ਪਾਸੇ ਮਹਾਰਾਜ ਜੀਆਂ ਨੇ ਅੰਦਰ ਤੋਸ਼ੇ ਖਾਨੇ ਦੇ ਵਿੱਚ ਰਖਾਇਆ ਸਾਰਾ ਖਜ਼ਾਨਾ ਜੋ ਭੇਟਾਵਾਂ ਸਨ। ਫਿਰ ਸਤਿਗੁਰੂ ਜੀ ਕਹਿੰਦੇ ਭਾਈ ਬਾਹਰ ਕੱਢ ਦਿਓ। ਹੁਣ ਸਾਡੇ ਵਰਗਾ ਹੁੰਦਾ ਤਾਂ ਮਨ ਦੇ ਵਿੱਚ ਤਰਕ ਆ ਜਾਂਦਾ ਵੀ ਪਹਿਲਾਂ ਵਿੱਚ ਰਖਾ ਦਿੱਤਾ ਤੋਸ਼ੇ ਖਾਨੇ ਦੇ ਵਿੱਚ, ਹੁਣ ਕਹਿੰਦੇ ਬਾਹਰ ਕੱਢ ਦਿਓ। ਪਰ ਸਤਿਗੁਰਾਂ ਦੇ ਪਿਆਰੇ ਨਿਕਟ ਵਰਤੀ ਗੁਰਸਿੱਖ ਜਿਵੇਂ ਮਹਾਰਾਜ ਜੀ ਹੁਕਮ ਕਰਦੇ, ਸਤਿਗੁਰਾਂ ਦਾ ਹੁਕਮ ਖਿੜੇ ਮੱਥੇ ਪ੍ਰਵਾਨ ਕਰਕੇ ਸੇਵਾ ਵਿੱਚ ਲੱਗੇ ਰਹਿੰਦੇ ਦਿਨ ਰਾਤ। ਕਿਉਂਕਿ ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਜਾਣਿਆ, ਪਰਮੇਸ਼ਰ ਦੀ ਮਹਿਮਾ ਨੂੰ ਜਾਣਿਆ ਹੈ, ਹੁਕਮ ਨੂੰ ਬੁੱਝ ਕੇ ਪਰਮ ਪਦ ਵੀ ਉਹਨਾਂ ਨੂੰ ਪ੍ਰਾਪਤ ਹੋਈ ਹੈ। ਵਹਿ ਤਰਾਏ ਉੱਠੇ ਗੋਸਾਈ। ਮਹਾਰਾਜਿਆਂ ਨੇ ਜਦੋਂ ਬਾਹਰ ਧਰਾ ਕੇ ਸਾਰਾ ਖਜ਼ਾਨਾ ਅੱਗ ਲਾ ਦਿੱਤੀ ਹੈ, ਇੱਕ ਛਿਨ ਦੇ ਵਿੱਚ ਸਾਰਾ ਸੜ ਕੇ ਸੁਆਹ ਹੋਇਆ। ਫਿਰ ਇਹਦੇ ਵਿੱਚੋਂ ਵੱਖੋ ਵੱਖਰਾ ਜਿਹੜਾ ਨਗ ਮੋਤੀ ਹੀਰੇ ਸਨ ਉਹ ਬਾਹਰ ਕਢਵਾਏ ਹਨ। ਨਹੀਂ ਕੋਸ਼ ਮੈਂ ਸੌਂਪ ਧਰਾਈ। ਫਿਰ ਦੁਬਾਰਾ ਵਸਤੂਆਂ ਮਹਾਰਾਜਿਆਂ ਨੇ ਖਜ਼ਾਨੇ ਵਿੱਚ ਨਹੀਂ ਧਰਾਈਆਂ। ਜਿੰਨੀ ਮਾਇਆ ਸੀ, ਜਿੰਨਾ ਸੋਨਾ ਸੀ, ਬਾਹਰ ਮਹਾਰਾਜਿਆਂ ਨੇ ਕਢਵਾ ਕੇ ਰੱਖ ਲਿਆ ਹੈ। ਇਮ ਚਰਿਤ੍ਰ ਕਰ ਸਦਨ ਮਝਾਰੇ। ਇਹ ਮਹਾਰਾਜਿਆਂ ਦਾ ਕੌਤਕ ਸੀ, ਬਚਿੱਤਰ ਲੀਲਾ ਹੈ ਸਤਿਗੁਰਾਂ ਦੀ। ਬਦਨ ਪ੍ਰਫੁੱਲਤ ਬਹਿਰ ਪਧਾਰੇ। ਔਰ ਸਾਰੇ ਸਤਿਗੁਰਾਂ ਦੇ ਪਿਆਰੇ ਮਹਾਰਾਜਿਆਂ ਦੀ ਰਜਾ ਦੇ ਵਿੱਚ ਰਾਜੀ ਰਹਿੰਦਿਆਂ ਹੋਇਆ ਪ੍ਰਸੰਨ ਚਿੱਤ ਹੋ ਕਰਕੇ ਮਹਾਰਾਜਿਆਂ ਦੇ ਨਾਲ ਵਿਚਰਦੇ ਹਨ। ਤਦਰਵ ਨਦੀ ਕਿਨਾਰੇ ਗਏ। ਸਤਿਗੁਰੂ ਜੀ ਉੱਠ ਕਰਕੇ ਸਾਰਾ ਫਿਰ ਤੋਸੇ ਖਾਨੇ ਦੇ ਵਿੱਚੋਂ ਜਿੰਨਾ ਸਮਾਨ ਪਿਆ ਸੀ ਬਾਹਰ ਕਢਾ ਕਰਕੇ ਪੰਡਾ ਬਣਾ ਦਿੱਤੀਆਂ। ਮਹਾਰਾਜ ਜੀ ਫਿਰ ਚੱਲ ਕੇ ਸਤਲੁਜ ਦੇ ਕਿਨਾਰੇ ਆਏ ਹਨ। ਦਸਨ ਸਾਥ ਹੁਕਮ ਅਸ ਕਏ। ਔਰ ਇੱਥੇ ਆ ਕੇ ਫਿਰ ਮਹਾਰਾਜ ਜੀ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਹੈ। ਏਕ ਰਾਤ ਪਰ ਜਿਹ ਥਾਂ ਪਾਣੀ। ਇੱਕ ਰਾਤ ਦੇ ਵਿੱਚ ਹੀ ਜਿੱਥੇ ਪਾਣੀ ਹੈ ਸਤਲੁਜ ਦੇ ਕਿਨਾਰੇ ਦੇ, ਤਾਂ ਭ੍ਰਿਅੰਕ ਡਸਾਇਹੁ ਆਨੀ। ਮਹਾਰਾਜਿਆਂ ਨੇ ਇੱਥੇ ਆਪਣਾ ਆਸਣ ਜਿਹੜਾ ਹੈ ਪਲੰਗਾ ਇੱਥੇ ਹੀ ਮੰਗਵਾ ਲਿਆ ਹੈ। ਤਿਸ ਪਰ ਬੈਠੇ ਗੁਰ ਮਹਾਰਾਜ। ਪਾਣੀ ਦੇ ਵਿੱਚ ਸਤਿਗੁਰਾਂ ਨੇ ਪਲੰਗਾ ਢਹਾ ਕਰਕੇ ਪਲਗੇ ਤੇ ਮਹਾਰਾਜ ਜੀ ਬਹਿ ਗਏ ਹਨ। ਜੋਤ ਬਦਨ ਪਰ ਨਹੀਂ ਰਹੀ ਬਿਰਾਜ। ਮਹਾਰਾਜਿਆਂ ਦਾ ਇਹ ਕੌਤਕ ਸਤਿਗੁਰਾਂ ਦੀ ਲੀਲਾ ਨੂਰਾਨੀ ਜੋ ਸਤਿਗੁਰਾਂ ਦਾ ਨੂਰ। ਮਹਾਰਾਜ ਜੀ ਜਦੋਂ ਆ ਕਰਕੇ ਸਤਲੁਜ ਦੇ ਵਿੱਚ ਬੈਠੇ ਹਨ, ਕਿਨਾਰੇ ਤੇ ਥੋੜਾ ਥੋੜਾ ਪਾਣੀ ਹੈ। ਔਰ ਇੱਥੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਭਾਈ ਡੂੰਘਾ ਜਿਹੜਾ ਖੱਡਾ ਹੈ ਉਹ ਪੁੱਟਣਾ ਕਰੋ। ਬਹੁਤ ਸਿੱਖ ਤਿਸ ਥਾਨ ਲਗਾਏ। ਬਹੁਤ ਸਾਰੇ ਗੁਰਸਿੱਖਾਂ ਨੂੰ ਮਹਾਰਾਜ ਜੀਆਂ ਨੇ ਉਹ ਬਚਨ ਕਰਕੇ ਸੇਵਾ ਵਿੱਚ ਲਾਇਆ ਹੈ। ਜਲ ਮਹਿ ਏਕ ਗਰਤ ਖਨਵਾਏ। ਇੱਕ ਡੂੰਘਾ ਖੱਡਾ ਮਹਾਰਾਜ ਜੀਆਂ ਨੇ ਖੁਦਵਾਇਆ ਹੈ। ਬਹੁਰ ਹੁਕਮ ਬਹੁਤਨ ਕੋ ਦੀਨਾ। ਫਿਰ ਮਹਾਰਾਜ ਜੀਆਂ ਨੇ ਬਹੁਤਿਆਂ ਨੂੰ ਹੁਕਮ ਕੀਤਾ ਹੈ। ਸਿੱਖ ਦਾਸਨ ਸੋ ਮਾਨਨ ਕੀਨਾ। ਔਰ ਸਤਿਗੁਰਾਂ ਦੇ ਪਿਆਰੇ ਗੁਰਸਿੱਖਾਂ ਨੇ ਸਤਿਗੁਰਾਂ ਦਾ ਬਚਨ ਮੰਨਦਿਆਂ ਹੋਇਆ ਕੰਚਨ ਮਹਾਰਜਤ ਪਨ ਜੋ। ਜਿੰਨਾ ਸੋਨਾ ਸੀ, ਜਿੰਨੀਆਂ ਰਜਤ ਪਣ ਮੋਹਰਾਂ ਆਦਿ ਰੁਪਈਏ ਸਨ, ਕੋਸ਼ ਵਿਖੈ ਤੇ ਅੰਨ ਸੋ। ਸਾਰਾ ਖਜ਼ਾਨੇ ਦੇ ਵਿੱਚੋਂ ਜੋ ਬਾਹਰ ਕੱਢ ਕੇ ਲਿਆਂਦਾ ਹੈ। ਸਿੱਖ ਸੈਂਕੜੇ ਲੱਗੇ ਹਜ਼ਾਰੇ। ਸਤਿਗੁਰੂ ਜੀ ਕਹਿੰਦੇ ਭਾਈ ਸਾਰਾ ਖਜ਼ਾਨਾ ਇੱਥੇ ਲੈ ਆਓ ਸਤਲੁਜ ਦੇ ਕਿਨਾਰੇ। ਸੈਂਕੜੇ ਸਿੱਖਿਓ ਸੇਵਾ ਵਿੱਚ ਲੱਗੇ ਹਨ। ਕੰਚਨ ਕੋਟ ਬੰਦ ਸਿਰ ਧਾਰੇ।
ਔਰ ਸਾਰੀਆਂ ਵਸਤੂਆਂ ਦੀਆਂ ਪੋਟਲੀਆਂ ਬੰਨ ਕੇ ਸਿਰ ਤੇ ਰੱਖ ਕੇ ਲਈ ਆਉਂਦੇ ਹਨ। ਜੋ ਚਉ ਤਿਸ ਤੇ ਕਹਿ ਮੰਗਵਾਇਓ। ਜਿਹੜਾ ਧਨ ਜੋ ਵਸਤੂਆਂ ਚਾਰੇ ਦਿਸ਼ਾਵਾਂ ਤੋਂ ਗੁਰੂ ਸਾਹਿਬ ਜੀ ਨੇ ਕਹਿ ਕੇ ਮੰਗਵਾਈਆਂ ਸਨ। ਆਪਣਾ ਉਤੋ ਸੋ ਸਕਲ ਅਨਾਇਓ। ਔਰ ਜਿੰਨਾ ਖਜ਼ਾਨਾ ਸੀ ਸਾਰਾ ਹੀ ਗੁਰੂ ਸਾਹਿਬ ਜੀ ਨੇ ਮੰਗਵਾ ਲਿਆ ਹੈ। ਮਹਾਰਜਤ ਪਨ ਸਿਰ ਧਰ ਲਿਆਵਹਿ। ਬਹੁਤ ਸਾਰਾ ਧਨ ਰਜਤ ਪਣ ਰੁਪਈਏ ਆਦਿ ਪੰਡਾਂ ਬੰਨੀਆਂ ਹੋਈਆਂ ਸਿਰ ਤੇ ਧਰ ਕੇ ਗੁਰਸਿੱਖ ਲੈ ਕੇ ਆਉਂਦੇ ਹਨ। ਕਰਤ ਗੁਰੂ ਆਗੈ ਤਹਿ ਪਾਵਹਿ। ਮਹਾਰਾਜ ਜੀ ਪਲੰਗ ਤੇ ਬੈਠੇ ਹਨ, ਅੱਗੇ ਟੋਆ ਪੁੱਟਿਆ ਹੋਇਆ ਹੈ। ਉਸ ਖੱਡੇ ਦੇ ਵਿੱਚ ਸਾਰਾ ਧਨ ਜਿਹੜਾ ਹੈ ਗੁਰਸਿੱਖ ਲਿਆ ਕੇ ਪਾਉਂਦੇ ਹਨ। ਕਰ ਸਰਤਾ ਲਗ ਹੋਇਓ ਲਾਰਾ। ਔਰ ਸਤਿਗੁਰੂ ਜੀ ਜਿੱਥੇ ਬੈਠੇ ਹਨ, ਖੱਡਾ ਜਿਹੜਾ ਹੈ ਕਹਿਣ ਲੱਗੇ ਸਾਰਾ ਭਰ ਗਿਆ ਹੈ। ਮਾਲ ਅਸਬਾਬ ਜਿੰਨਾ ਧਨ ਜੋ ਰੁਪਈਆ ਸੀ ਸਭ ਕੁਝ ਮਹਾਰਾਜਿਆਂ ਦੇ ਸਨਮੁਖ ਲਿਆ ਕਰਕੇ ਗੁਰਸਿੱਖਾਂ ਨੇ ਭੇਟ ਕਰ ਦਿੱਤਾ ਹੈ। ਇੱਕ ਆਵਤ ਇੱਕ ਜਾਤ ਸਿਧਾਰਾ। ਸੰਗਤ ਲੱਗੀ ਹੋਈ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੈਣ ਬੰਨੀ ਹੋਈ ਹੈ। ਇੱਕ ਆ ਰਿਹਾ ਹੈ, ਇੱਕ ਜਾ ਰਿਹਾ ਹੈ। ਲਿਆ ਕਰਕੇ ਪੰਡਾਂ ਦੀਆਂ ਪੰਡਾਂ ਖੱਡੇ ਦੇ ਵਿੱਚ ਪਾਈ ਜਾਂਦੇ ਹਨ। ਤੋਰੇ ਆਨ ਰਜਤ ਪਣ ਕੀਰੇ। ਜਿੰਨੇ ਰਜਤ ਪਣ ਰੁਪਈਏ ਸਨ, ਬਹੁਤ ਅਸ਼ਰਫੀ ਲੈ ਗੀਰੇ। ਬਹੁਤ ਸਾਰੀਆਂ ਅਸ਼ਰਫੀਆਂ ਮੋਹਰਾਂ ਲਿਆ ਕਰਕੇ ਖੱਡੇ ਵਿੱਚ ਪਾਉਂਦੇ ਹਨ। ਰਜਤ ਹੇਮ ਕੋ ਜਿਤੋ ਖਜ਼ਾਨਾ। ਔਰ ਜਿੰਨਾ ਖਜ਼ਾਨਾ ਸੀ, ਭਾਵੇਂ ਮੋਹਰਾਂ ਹਨ, ਭਾਵੇਂ ਰਜਤਪਣ ਹੈ, ਭਾਵੇਂ ਸੋਨਾ ਹੈ, ਤੋਸ਼ੇ ਖਾਨੇ ਦੇ ਵਿੱਚ ਜਿੰਨਾ ਖਜ਼ਾਨਾ ਹੈ। ਸਿੱਖ ਹਜ਼ਾਰੋਂ ਸਿਰ ਧਰ ਆਨਾ। ਔਰ ਹਜ਼ਾਰਾਂ ਸਿੱਖਾਂ ਨੇ ਆਪਣੇ ਸਿਰ ਤੇ ਧਰ ਕੇ ਲੈ ਕੇ ਆਂਦਾ ਹੈ। ਬਹੁਰ ਹੁਕਮ ਸਤਿਗੁਰੂ ਬਖਾਨਾ। ਫਿਰ ਸਤਿਗੁਰਾਂ ਨੇ ਹੁਕਮ ਕੀਤਾ ਹੈ, ਲਿਆਵੋ ਅਬਹਿ ਜਵਾਹਰ ਖਾਨਾ। ਔਰ ਮਹਾਰਾਜ ਜੀ ਕਹਿਣ ਲੱਗੇ ਹੁਣ ਭਾਈ ਜਿਹੜੇ ਗਹਿਣੇ ਆਦਿ ਹਨ, ਜੇਵਰ ਜਵਾਹਰ, ਉਹ ਵੀ ਇੱਥੇ ਹੀ ਲੈ ਕੇ ਆਉਣਾ ਕਰੋ। ਲਿਆਵਨ ਲਾਗੇ ਮੁਕਤਾ ਹੀਰੇ। ਹੀਰੇ ਮੋਤੀ ਇਹ ਜਵਾਹਰ ਗੁਰਸਿੱਖ ਲੈ ਕੇ ਆਉਣ ਲੱਗੇ ਹਨ। ਕੀਰੇ ਸਰਤਾ ਜਲ ਮਹਿ ਧੀਰੇ। ਔਰ ਸਤਲੁਜ ਦਰਿਆ ਦੇ ਵਿੱਚ ਜਿਹੜਾ ਖੱਡਾ ਪੁੱਟਿਆ ਹੋਇਆ ਹੈ, ਲਿਆ ਕੇ ਉਹਦੇ ਵਿੱਚ ਪਾਉਂਦੇ ਹਨ। ਕੰਚਨ ਚਾਂਦੀ ਕੇ ਬਹੁ ਬਾਸਨ। ਸੋਨੇ ਚਾਂਦੀ ਦੇ ਬਹੁਤ ਸਾਰੇ ਬਰਤਨ ਸਨ, ਭਾਂਡੇ ਬਣੇ ਹੋਏ ਸੋਨੇ ਚਾਂਦੀ ਦੇ। ਔਰ ਜਿੰਨੇ ਬਰਤਨ ਹਨ, ਹੇਮ ਜਰਾਉ ਲਿਆਏ ਸੁਦਾਸਨ। ਔਰ ਜਿੰਨੇ ਜੇਵਰ ਜਰਾਊ ਜੜੇ ਹੋਏ ਨੇ ਨਾ ਭਾਂਡਿਆਂ ਦੇ ਉੱਪਰ, ਸਾਰੇ ਬਰਤਨ ਲਿਆ ਕਰਕੇ। ਡਾਰਤ ਹੈ ਸਭ ਕਰਤ ਬੁਝਾਰੇ। ਜਿਹੜਾ ਖੱਡਾ ਫੁੱਟਿਆ ਹੋਇਆ ਹੈ ਉਹਦੇ ਵਿੱਚ ਲਿਆ ਕਰਕੇ ਸਾਰੇ ਪਾਉਂਦੇ ਹਨ। ਲੋਕ ਹੋਤ ਨਹਿ ਪਰਹਿ ਨਿਹਾਰੇ। ਇਹ ਨਹੀਂ ਪਤਾ ਵੀ ਰੱਖਿਆ ਹੋਇਆ ਧਨ ਖੱਡੇ ਦੇ ਵਿੱਚ ਪਾਇਆ ਹੋਇਆ ਧਨ ਕਿੱਥੇ ਚਲਿਆ ਜਾਂਦਾ ਹੈ। ਇਉਂ ਲੱਗਦਾ ਜਿਵੇਂ ਅਲੋਪ ਹੋ ਗਿਆ, ਵਿੱਚ ਪਾਉਣ ਸਾਰ ਹੀ ਪਤਾ ਨਹੀਂ ਲੱਗਦਾ ਵੀ ਕਿੱਥੇ ਚਲਿਆ ਗਿਆ ਹੈ। ਚੇਤਿਕ ਸਿੱਖ ਸੰਗਤ ਤਹਿ ਪਾਸ। ਜਿੰਨੀ ਸਿੱਖ ਸੰਗਤ ਸਤਿਗੁਰਾਂ ਦੇ ਪਾਸ ਹੈ, ਕਰਹਿ ਕਾਰ ਜਿਮ ਹੁਕਮ ਪ੍ਰਕਾਸ਼। ਜਿਵੇਂ ਸਤਿਗੁਰਾਂ ਨੇ ਹੁਕਮ ਪ੍ਰਕਾਸ਼ਿਆ ਹੈ, ਜਿਵੇਂ ਮਹਾਰਾਜਿਆਂ ਦੇ ਬਚਨ ਹੋਏ ਹਨ, ਸਾਰੀ ਸੰਗਤ ਉਸੇ ਤਰ੍ਹਾਂ ਮਹਾਰਾਜਿਆਂ ਦੇ ਬਚਨ ਕਮਾਉਂਦੀ ਹੈ। ਪੁਨਹ ਸੁਲਹਿ ਖਾਨਾ ਮੰਗਵਾਏ। ਫਿਰ ਮਹਾਰਾਜਿਆਂ ਨੇ ਸ਼ਸਤਰ ਆਦਿ ਸਾਰਾ ਕੁਝ ਮਹਾਰਾਜਿਆਂ ਨੇ ਮੰਗਵਾਇਆ ਹੈ। ਬਹੁਤ ਮੂਲ ਕੇ ਸ਼ਸਤਰ ਸੁਹਾਇਆ। ਬਹੁ ਮੁੱਲੇ ਸ਼ਾਸਤਰ ਜਿਹੜੇ ਸਨ, ਸ਼ਾਸਤਰਾਂ ਦਾ ਅਮੋਲਕ ਖਜ਼ਾਨਾ ਹੈ ਮਹਾਰਾਜਿਆਂ ਦੇ ਕੋਲ। ਔਰ ਸਾਰੇ ਸ਼ਾਸਤਰ ਫਿਰ ਸਤਿਗੁਰਾਂ ਨੇ ਮੰਗਵਾਏ ਹਨ। ਕੰਚਨ ਮੁਸ਼ਟ ਜਰਾਵ ਜਵਾਹਰ।
ਜਿਹੜੇ ਸ਼ਾਸਤਰਾਂ ਦੇ ਸਿਉਨੇ ਦੇ ਮੁੱਠੇ ਲੱਗੇ ਹੋਏ ਸਨ। ਬੜੇ ਸੁੰਦਰ ਹੀਰੇ ਮੋਤੀ ਨਗ ਜੜੇ ਹੋਏ ਹਨ। ਖੰਡੇ ਖੜਕ ਸੁਧਾਰੇ ਜਾਹਰ। ਦੋ ਧਾਰੀ ਖੰਡੇ ਤੇਗਾਂ ਜੋ ਵੀ ਮਹਾਰਾਜਿਆਂ ਦੇ ਤੋਸ਼ੇ ਖਾਨੇ ਦੇ ਵਿੱਚ ਸ਼ਾਸਤਰ ਹਨ। ਮੁਕਤਾ ਹੀਰੇ ਜੜੇ ਜੇ ਸੰਗ। ਇਹਨਾਂ ਦੇ ਹੀਰੇ ਮੋਤੀ ਜੜੇ ਹੋਏ ਹਨ। ਇਸ ਪ੍ਰਕਾਰ ਕੇ ਅਨੇਕ ਨਿਖੰਗ। ਇਸ ਪ੍ਰਕਾਰ ਦੇ ਕਹਿਣ ਲੱਗੇ ਅਨੇਕਾਂ ਹੀ ਤੀਰ ਹਨ। ਤੀਰਾਂ ਦੀ ਨੋਕ ਤੇ ਮਹਾਰਾਜਿਆਂ ਨੇ ਸੋਨਾ ਲਾਇਆ ਹੁੰਦਾ ਹੈ। ਐਸੇ ਮਹਾਰਾਜਿਆਂ ਦੇ ਬਹੁ ਮੁੱਲੇ ਜੋ ਤੀਰ ਹਨ। ਬ੍ਰਿੰਦ ਸਰਾਸਨ ਕੀਮਤ ਮਹਾ। ਔਰ ਇਹਨਾਂ ਦੀ ਕੀਮਤ ਜਿਹੜੀ ਹੈ ਬਹੁ ਮਹਿੰਗੇ ਹਨ। ਜਿੰਨੇ ਸ਼ਾਸਤਰ ਹਨ, ਹੀਰੇ ਮੋਤੀ ਨਗ ਜੜੇ ਹੋਏ, ਸੋਨੇ ਚਾਂਦੀ ਦੇ ਮੁੱਠੇ ਲੱਗੇ ਹੋਏ ਹਨ, ਬੇਸ਼ੁਮਾਰ ਕੀਮਤੀ ਹਨ। ਸਭ ਉਠਾਏ ਕਰ ਲਿਆਏ ਤਹਾਂ। ਸਾਰੇ ਸ਼ਾਸਤਰ ਜਿਹੜੇ ਸਨ ਹੁਣ ਉਹ ਵੀ ਉਠਾ ਕਰਕੇ ਲਿਆਂਦੇ ਹਨ। ਤਬ ਇੱਕ ਸਿੱਖ ਨੇ ਪੰਜ ਉਤਾਰਾ। ਤਦੋਂ ਲਿਆਉਂਦਿਆਂ ਹੋਇਆ ਇੱਕ ਸਿੱਖ ਨੇ ਤੀਰ ਕਮਾਨ ਦਾ ਜਿਹੜਾ ਚਿੱਲਾ ਹੈ ਪੰਜ, ਉਹ ਉਤਾਰ ਲਿਆ ਹੈ। ਕੱਟ ਲਪੇਟ ਕਰ ਢਾਪਿਓ ਸਾਰਾ। ਔਰ ਉਹਨੇ ਉਤਾਰ ਕੇ ਚਿੱਲਾ ਕਮਾਨ ਦਾ ਆਪਣੇ ਲੱਕ ਨਾਲ ਲਪੇਟ ਕੇ ਉੱਪਰੋਂ ਢੱਕ ਲਿਆ ਹੈ। ਕੀਨ ਦੁਰਾਵਨ ਭਲੇ ਬਣਾਏ। ਔਰ ਦੂਸਰੇ ਸਿੰਘਾਂ ਦੇ ਨਾਲ ਇਉਂ ਸੇਵਾ ਕਰਨ ਲੱਗਿਆ। ਬਾਕੀ ਜੋ ਸ਼ਾਸਤਰ ਸਨ ਸਾਰੇ ਲਿਆ ਕਰਕੇ ਸਤਲੁਜ ਦੇ ਉਸ ਖੱਡੇ ਦੇ ਵਿੱਚ ਸਪੁਰਦ ਕਰ ਦਿੱਤੇ ਹਨ। ਬ੍ਰਿੰਦ ਸਰਾਸਨ ਡਾਰੇ ਆਏ। ਔਰ ਜਿੰਨੀ ਸੰਗਤ ਲੱਗੀ ਹੋਈ ਹੈ ਲੈਣ ਬੰਨ ਕਰਕੇ ਸਾਰੇ ਸਿੰਘ ਲਿਆ ਕਰਕੇ ਖਜ਼ਾਨਾ ਵਿੱਚ ਪਾਈ ਜਾਂਦੇ ਹਨ। ਅੰਤਰਜਾਮੀ ਨੇ ਸੋ ਜਾਨਾ। ਅੰਤਰਜਾਮੀ ਸਤਿਗੁਰਾਂ ਨੇ ਦੇਖਿਆ ਹੈ ਇਸ ਗੁਰਸਿੱਖ ਦਾ ਮਨ ਜਿਹੜਾ ਹੈ ਚਿੱਲੇ ਨੂੰ ਦੇਖ ਕੇ ਭਰਮ ਗਿਆ ਹੈ। ਨਿਕਟ ਸਿੱਖ ਪਾਤ ਬਹੁ ਬਖਾਨਾ। ਔਰ ਸਭਨਾਂ ਨੂੰ ਸਤਿਗੁਰੂ ਜੀ ਕਹਿੰਦਿਆਂ ਹੋਇਆ ਕੱਟ ਸੋ ਕਹਾਂ ਲਪੇਟਣ ਕਰਿਓ। ਸਤਿਗੁਰੂ ਜੀ ਕਹਿੰਦੇ ਭਾਈ ਲੱਕ ਨਾਲ ਇਹ ਜਿਹੜਾ ਪੰਚ ਹੈ ਕਿਉਂ ਲਪੇਟਿਆ ਹੈ। ਸੁਨਤ ਬਾਗ ਕੋ ਸੋ ਉਰ ਡਰਿਓ। ਸੁਣ ਕਰਕੇ ਮਹਾਰਾਜਿਆਂ ਦੀ ਗੱਲ ਇਹ ਗੁਰਸਿੱਖ ਡਰਿਆ ਹੈ। ਹਾਥ ਜੋੜ ਕਰ ਕੀਨਸ ਬਿਨਤੀ। ਹੱਥ ਜੋੜ ਕੇ ਮਹਾਰਾਜਿਆਂ ਨੂੰ ਬੇਨਤੀ ਕਰਦਾ ਹੈ। ਸੁਨੋ ਪ੍ਰਭੂ ਮੈਂ ਠਾਨੀ ਗਿਣਤੀ। ਕਹਿਣ ਲੱਗਿਆ ਮਹਾਰਾਜ ਜੀ ਸੁਣੋ ਮੈਂ ਗਿਣਤੀ ਕੀਤੀ ਹੈ। ਮਾਮਕ ਮਾਨਕ ਪੰਜ ਪੁਰਾਨਾ। ਸਤਿਗੁਰੂ ਜੀ ਮੇਰੀ ਕਮਾਨ ਦਾ ਜਿਹੜਾ ਚਿੱਲਾ ਹੈ ਉਹ ਪੁਰਾਣਾ ਹੋ ਗਿਆ ਹੈ। ਸ਼ਤਰਨ ਸੰਗ ਲਰਹਿ ਜਿਸ ਥਾਨਾ। ਸ਼ਤਰੂਆਂ ਦੇ ਨਾਲ ਜਦੋਂ ਲੜਦੇ ਹਾਂ ਇਹ ਜੇ ਟੂਟ ਜਾਏ ਜਿਸ ਬਾਰੀ। ਜਦੋਂ ਸਤਿਗੁਰੂ ਜੀ ਸ਼ਤਰੂ ਨਾਲ ਲੜਦਿਆਂ ਕਿਤੇ ਇਹ ਚਿੱਲਾ ਟੁੱਟ ਜਾਵੇ ਤਪਹਿ ਚੜਾਵੋ ਇਹ ਗੁਣ ਧਾਰੀ। ਇਸ ਕਰਕੇ ਮੈਂ ਲੱਕ ਨਾਲ ਬੰਨ੍ਹ ਲਿਆ ਕਿ ਜਦੋਂ ਮੇਰੀ ਕਮਾਨ ਦਾ ਚਿੱਲਾ ਟੁੱਟਿਆ ਫਿਰ ਮੈਂ ਆਹ ਚਿੱਲਾ ਚੜਾ ਲਵਾਂਗਾ। ਰਹਿਤ ਪੰਥ ਕੀ ਨੀਤ ਲੜਾਈ। ਕਿਉਂਕਿ ਸਤਿਗੁਰੂ ਜੀ ਆਪ ਜੀ ਦਾ ਸਾਜਿਆ ਹੋਇਆ ਪੰਥ ਤਾਂ ਨਿਤ ਲੜਦਾ ਜੂਝਦਾ ਰਹਿੰਦਾ ਹੈ ਪਹਾੜੀਆਂ ਦੇ ਨਾਲ, ਕਦੇ ਤੁਰਕਾਂ ਦੇ ਨਾਲ। ਚਾਹੁ ਤਿਸ ਵਿਖੈ ਸ਼ਤਰੂ ਸਮੁਦਾਈ। ਚਾਰ ਸਵੇਰੇ ਤਾਂ ਸਤਿਗੁਰੂ ਜੀ ਆਪ ਜੀ ਦੇ ਪੰਥ ਦੇ ਸ਼ਤਰੂ ਹਨ। ਬੋਲੇ ਸੋਢੀ ਕੁਲ ਅਵਤਾਂਸ਼। ਸੋਢੀ ਕੁਲ ਦੇ ਸਿਰਮੌਰ ਸਤਿਗੁਰੂ ਅਵਤਾਰ ਮਹਾਰਾਜ ਜੀ ਕਹਿਣ ਲੱਗੇ ਇਹ ਪੂਜਾ ਕੀ ਹੈ ਸਭ ਅੰਸ਼। ਮਹਾਰਾਜ ਕਹਿੰਦੇ ਭਾਈ ਇਹ ਪੂਜਾ ਦੀ ਵਸਤੂ ਹੈ, ਸੰਗਤਾਂ ਵੱਲੋਂ ਭੇਟ ਕੀਤੀ ਹੋਈ ਹੈ। ਇੱਕ ਸਮਾਨ ਸਭ ਸਿੱਖਣ ਕੋ ਹੈ। ਇਹ ਜਿਹੜਾ ਸਮਾਨ ਹੈ ਮਹਾਰਾਜ ਜੀ ਕਹਿੰਦੇ ਭਾਈ ਜ਼ਹਿਰ ਦੇ ਸਮਾਨ ਹੈ। ਹੀਨ ਵੀਰਤਾ ਕਰਤੀ ਜੋ ਹੈ। ਔਰ ਇਹ ਬਿਰਤੀ ਜਿਹੜੀ ਆ ਉਹ ਹੀਣ ਬਿਰਤੀ ਹੋ ਜਾਂਦੀ। ਕਹਿਣ ਲੱਗੇ ਮਨ ਵਿੱਚ ਹੀਣਤਾ ਆ ਜਾਂਦੀ। ਕਿਤੇ ਤਾਂ ਜੂਝ ਮਰਨ ਦਾ ਚਾਉ ਰਹਿੰਦਾ ਹੈ
ਕਿੱਥੇ ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਇਹ ਧਨ ਰੱਖੋਗੇ, ਇਹ ਵਸਤੂਆਂ ਰੱਖੋਗੇ, ਫਿਰ ਕਹਿਣ ਲੱਗੇ ਹਿਰਦੇ ਅੰਦਰ ਹੀਣਤਾ ਆ ਜਾਣੀ, ਦਲਿਦਰੀ ਪੈ ਜਾਣੀ ਹੈ। ਦੋਨੋਂ ਲੋਕਨ ਕਰਤ ਬਿਗਾਰ। ਔਰ ਇੱਕ ਲੋਕ ਦੀ ਗੱਲ ਨਹੀਂ, ਦੋਨਾਂ ਲੋਕਾਂ ਦੇ ਵਿੱਚ ਹੀ ਵਿਗਾੜ ਪੈਂਦਾ। ਲੋਕ ਅਤੇ ਪਰਲੋਕ ਦੋਨੋਂ ਹੀ ਵਿਗੜ ਜਾਂਦੇ ਹਨ ਜਦੋਂ ਦਰਿਦਰੀ ਆ ਜਾਵੇ, ਜਦੋਂ ਆਲਸ ਪੈ ਜਾਵੇ। ਲੀਨ ਹਾਰ ਕੇ ਪੁੰਨ ਨਿਵਾਰ। ਔਰ ਜਿਹੜਾ ਦੇ ਰਿਹਾ ਹੈ ਭੇਟਾ ਕਰਦਾ ਹੈ ਕਿਉਂਕਿ ਉਹਦਾ ਪੁੰਨ ਕਰਮ ਹੈ, ਔਰ ਜਿਹਨੇ ਅੱਗੋਂ ਰੱਖ ਲਿਆ ਕਿਉਂਕਿ ਗੁਰੂ ਘਰ ਉਹਨੇ ਭੇਟ ਕੀਤੀ, ਜੇ ਤੁਸੀਂ ਰੱਖ ਲਈ, ਤੁਹਾਡੀ ਜਿਹੜੀ ਵਿਵੇਕ ਵਿਚਾਰ ਹੈ, ਸੱਚ ਦੀ ਵਿਚਾਰ ਹਿਰਦੇ ਅੰਦਰੋਂ ਚਲੀ ਜਾਣੀ ਹੈ। ਜਪ ਤਪ ਐਂਜ ਲੀਤ ਇਸ ਪਾਏ। ਕਹਿਣ ਲੱਗੇ ਇਹ ਜਿਹੜਾ ਤੁਹਾਡਾ ਜਪ ਤਪ ਹੈ, ਕੀਤਾ ਹੋਇਆ ਜਪ, ਕੀਤਾ ਹੋਇਆ ਤਪ, ਇਹਨੇ ਇਸ ਤਰ੍ਹਾਂ ਖਿੱਚ ਲੈਣਾ ਹੈ। ਓਲ ਤੀਰ ਤੇ ਜਲ ਜਿਮ ਜਾਏ। ਜਿਵੇਂ ਖਾਲੀ ਤੀਲੇ ਦੇ ਦੁਆਰਾ ਕਹਿਣ ਲੱਗੇ ਪਾਣੀ ਖਿੱਚ ਲਈ ਪਾਈਪ ਦੇ ਨਾਲ, ਜਿਵੇਂ ਹੁਣ ਪਾਣੀ ਪੀਂਦੇ, ਕੋਲਡ ਡਰਿੰਕ ਆਦਿ ਪੀਂਦੇ, ਜਿਵੇਂ ਪਾਈਪ ਦੇ ਦੁਆਰਾ ਖਿੱਚਿਆ ਜਾਂਦਾ ਗਲਾਸ ਵਿੱਚੋਂ ਪਾਣੀ। ਮਹਾਰਾਜ ਜੀ ਕਹਿੰਦੇ ਤੁਹਾਡਾ ਜਪ ਤਪ ਇਹਨੇ ਇਸ ਤਰ੍ਹਾਂ ਖਿੱਚ ਲੈਣਾ, ਕੀਤੀ ਹੋਈ ਕਮਾਈ ਸਾਰੀ। ਜੇ ਇੱਕ ਵੀ ਵਸਤੂ ਕਹਿਣ ਲੱਗੇ ਤੁਸੀਂ ਰੱਖ ਲਈ, ਇਤਿਆਦਿਕ ਕੋ ਕਰਹੁ ਵਿਵੇਕ। ਇਸ ਤਰ੍ਹਾਂ ਕਹਿਣ ਲੱਗੇ ਸੱਚ ਦੀ ਵਿਚਾਰ ਜਿਹੜੀ ਹੈ, ਵਿਵੇਕ ਬਿਬਜਮਾ ਏਕ, ਸੱਚ ਦੀ ਵਿਚਾਰ ਆਪਣੇ ਹਿਰਦੇ ਅੰਦਰ ਵਸਾਉਣਾ ਕਰੋ। ਔਗਣ ਇਸ ਮੈਂ ਲਖੋ ਅਨੇਕ। ਔਰ ਇਹਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ ਅਨੇਕਾਂ ਹੀ ਔਗਣ ਦੇਖਣਾ ਕਰੋ। ਸੁਨਤ ਸਿੱਖ ਸੋ ਥਰ ਹਰ ਕੰਪਾ। ਔਰ ਗੁਰਸਿੱਖ ਨੇ ਜਦੋਂ ਮਹਾਰਾਜ ਜੀਆਂ ਦੇ ਬਚਨ ਸੁਣੇ, ਕੰਬਣ ਲੱਗ ਪਿਆ ਥਰ ਥਰ। ਚਰਨ ਪਰਿਓ ਬਖਸ਼ਾਵਨ ਆਪਾ। ਮਹਾਰਾਜ ਜੀਆਂ ਦੇ ਚਰਨੀ ਢਹਿ ਪਿਆ, ਆਪਣਾ ਆਪਾ ਬਖਸ਼ਾਉਣ ਵਾਸਤੇ, ਆਪਣੀ ਭੁੱਲ ਬਖਸ਼ਾਉਣ ਵਾਸਤੇ। ਸਤਿਗੁਰੂ ਜੀ ਮੇਰੇ ਕੋਲੋਂ ਵੱਡੀ ਭੁੱਲ ਹੋ ਗਈ ਸੀ, ਕਿਰਪਾ ਕਰਕੇ ਮੈਨੂੰ ਬਖਸ਼ ਲੈਣਾ ਕਰੋ। ਪ੍ਰਭੂ ਲਖਿਓ ਅਪਰਾਵਰ ਸ਼ਰਨੀ। ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ। ਮਾਫ ਅਵਗਿਆ ਇਹ ਮਮ ਕਰਨੀ। ਸਤਿਗੁਰੂ ਜੀ ਮੇਰੇ ਕੋਲੋਂ ਇਹ ਅਵਗਿਆ ਹੋਈ ਹੈ, ਵੱਡੀ ਭੁੱਲ ਹੋਈ ਹੈ, ਮੈਨੂੰ ਮੁਆਫ ਕਰ ਦਿਓ। ਨਾਮ ਗਰੀਬ ਨਿਵਾਜ ਤੁਮਾਰਾ। ਮਹਾਰਾਜ ਆਪ ਜੀ ਦਾ ਨਾਮ ਗਰੀਬ ਨਿਵਾਜ ਹੈ। ਪਦਮ ਉਦਾਰਨ ਬਿਰਧ ਤੁਮਾਰਾ। ਵੱਡੇ ਵੱਡੇ ਪਾਪੀਆਂ ਦਾ ਉਧਾਰ ਕਰਨਾ ਇਹ ਤੁਹਾਡਾ ਬਿਰਧ ਹੈ। ਸ੍ਰੀ ਮੁਖ ਸੁਨ ਸ੍ਰੀ ਮੁਖ ਤੇ ਹੁਕਮ ਬਖਾਨ। ਸੁਣ ਕੇ ਸਤਿਗੁਰੂ ਜੀ ਪਾਵਨ ਮੁਖ ਤੋਂ ਬਚਨ ਕਰਦੇ ਹਨ। ਤਿਆਗੋ ਪੰਚ ਧਰੋ ਇਸ ਥਾਨ। ਮਹਾਰਾਜ ਕਹਿੰਦੇ ਭਾਈ ਉਹ ਪੰਚ ਜਿਹੜਾ ਤੂੰ ਲੱਕ ਨਾਲ ਲਪੇਟਿਆ ਹੋਇਆ ਖੋਲ ਕਰਕੇ ਇੱਥੇ ਧਰ ਦੇਣਾ ਕਰ। ਵਸਤੂ ਅਪਰ ਕੋਸ਼ ਮਹਿ ਜੀਤੀ। ਜਿੰਨੀਆਂ ਵੀ ਵਸਤੂਆਂ ਖਜ਼ਾਨੇ ਵਿੱਚ ਪਈਆਂ ਹਨ, ਪਹੁੰਚੋ ਤੂਰਨ ਅੰਨ ਤੇਤੀ। ਤੁਰੰਤ ਜਾ ਕਰਕੇ ਸਾਰੀਆਂ ਵਸਤੂਆਂ ਲੈ ਕੇ ਆਉਣਾ ਕਰੋ। ਕੋਸ਼ਪਤੀ ਕੇ ਸੰਗ ਉਚਾਰਨ। ਖਜ਼ਾਨਚੀ ਨੂੰ ਜਾ ਕਰਕੇ ਕਹਿਣਾ ਕਰੋ। ਸਭ ਸਥਾਨ ਤੇ ਹੀਰ ਸੰਭਾਰਨ। ਔਰ ਜਿੰਨਾ ਤੋਸ਼ੇ ਖਾਨੇ ਦੇ ਵਿੱਚ ਸਮਾਨ ਪਿਆ ਹੈ ਸਾਰਾ ਦੇਖ ਕਰਕੇ ਸੰਭਾਲ ਕੇ ਇੱਥੇ ਭੇਜਣਾ ਕਰੋ। ਸਭ ਨਿਕਾਸ ਸਿੰਘਨ ਕਰ ਦੇਹੋ। ਸਾਰਾ ਸਮਾਨ ਜਿੰਨਾ ਪਿਆ ਖਜ਼ਾਨੇ ਵਿੱਚ ਕੱਢ ਕੇ ਸਿੰਘਾਂ ਨੂੰ ਦੇ ਦੇਣਾ ਕਰੋ। ਖਰੇ ਨਾ ਹੋਵੇ ਲਿਆਏ ਅਛੇਹੋ। ਰੁਕਣਾ ਨਹੀਂ ਹੈ, ਲਿਆ ਕਰਕੇ ਖੱਡੇ ਵਿੱਚ ਪਾਉਣਾ ਹੈ। ਸਾਰੇ ਸ਼ਸਤਰ ਬਸਤਰ ਧਨ ਰੁਪਈਏ ਆਦਿ ਜੋ ਕੁਝ ਵੀ ਪਿਆ ਹੈ ਸਾਰਾ ਲੈ ਕੇ ਆਉਣਾ ਕਰੋ। ਗੁਰ ਘਰ ਕੋ ਬੜ ਤੋਸ਼ੇ ਖਾਨਾ। ਗੁਰੂ ਘਰ ਦਾ ਤੋਸ਼ੇ ਖਾਨਾ ਬਹੁਤ ਵੱਡਾ ਹੈ, ਖਜ਼ਾਨਾ ਜਿੱਥੇ ਭੰਡਾਰ ਭਰੇ ਪਏ ਹਨ, ਬਹੁਤ ਵੱਡਾ ਖਜ਼ਾਨਾ ਹੈ। ਕਿਸ ਤੇ ਹੋਏ ਸਕਹਿ ਪਰਮਾਨਾ। ਔਰ ਇਹ ਜਿਹੜਾ ਖਜ਼ਾਨਾ ਹੈ ਕੌਣ ਅਨੁਮਾਨ ਲਾ ਸਕਦਾ ਹੈ ਕਿ ਕਿੰਨਾ ਕੁ ਖਜ਼ਾਨਾ ਹੋਵੇਗਾ।
ਕੋਈ ਅੰਦਾਜ਼ਾ ਨਹੀਂ ਹੈ ਮਹਾਰਾਜਿਆਂ ਦੇ ਘਰ ਵਿੱਚ ਭਰੇ ਭੰਡਾਰ ਅਖੁੱਟ ਅਤੋਲ, ਨਾ ਮੁੱਕਣ ਵਾਲਾ ਖਜ਼ਾਨਾ ਹੈ। ਕੋਈ ਪੈਮਾਨਾ ਨਹੀਂ ਲਾ ਸਕਦਾ, ਅੰਦਾਜ਼ਾ ਲਾ ਕੇ ਦੱਸ ਨਹੀਂ ਸਕਦਾ ਕਿ ਕਿੰਨਾ ਕੁ ਖਜ਼ਾਨਾ ਮਹਾਰਾਜਿਆਂ ਦਾ ਇਹ ਭਰਿਆ ਪਿਆ ਹੈ। ਸਤਿਗੁਰ ਸਿੱਖ ਹਜ਼ਾਰ ਹਟੋਵੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਢੋਣ ਲੱਗੇ ਹਨ। ਮਹਾ ਅਨੂਠੀ ਵਸਤੂ ਜੋਵੇ, ਬਹੁ ਮੁੱਲੀਆਂ ਜੋ ਵਸਤੂਆਂ ਹਨ, ਅਮੋਲਕ ਵਸਤੂਆਂ ਸਭ ਕੁਝ ਲਈ ਆਉਂਦੇ ਹਨ। ਪੂਰਨ ਦੌੜ ਦੌੜ ਕਰ ਅੰਨ ਹੈ, ਬੜੀ ਛੇਤੀ ਨਾਲ ਦੌੜ ਦੌੜ ਕੇ ਲੈ ਕੇ ਆਉਂਦੇ ਹਨ। ਕੰਚਨ ਆਯੁਧ ਰਜਤ ਮਹਾਨ ਹੈ, ਜਿੱਥੇ ਸੋਨਾ ਹੈ, ਸ਼ਾਸਤਰ ਹਨ, ਰਜਤ ਪਣ ਮਾਇਆ ਅਸ਼ਰਫੀਆਂ ਮੋਹਰਾਂ ਆਦ ਹਨ। ਜਬਰ ਜਵਾਹਰ ਜੋਤ ਜਗੇਤੇ, ਔਰ ਜੋਤ ਦੀ ਤਰ੍ਹਾਂ ਹੀਰੇ ਮੋਤੀ ਜਵਾਹਰ ਜਿਹੜੇ ਹਨ ਨਾਗਿਨਾਂ ਦੇ ਚਮਕਦੇ, ਜਿਵੇਂ ਜੋਤ ਜਗਦੀ ਹੁੰਦੀ ਇਸ ਤਰ੍ਹਾਂ ਇਹਨਾਂ ਦੇ ਚਮਕਾਰੇ ਪੈਂਦੇ ਹਨ। ਜਲ ਮਹਿ ਗੀਰਤ ਆਨ ਤੁਰੇ ਤੇ, ਅਨੰਦਪੁਰ ਸਾਹਿਬ ਸਤਿਗੁਰਾਂ ਦੇ ਮਹਿਲਾਂ ਦੇ ਵਿੱਚੋਂ ਲੈ ਕੇ ਆਉਂਦੇ, ਲਿਆ ਕੇ ਸਤਲੁਜ ਦੇ ਸਪੁਰਦ ਕਰ ਦਿੰਦੇ ਹਨ। ਐਸੋ ਕੌਣ ਹੁਕਮ ਕੋ ਹੋ ਰਹਿ, ਐਸਾ ਕੌਣ ਹੈ ਜਿਹੜਾ ਸਤਿਗੁਰਾਂ ਦੇ ਹੁਕਮ ਨੂੰ ਮੋੜ ਸਕਦਾ ਹੈ। ਗੁਰੂ ਤਜਹਿ ਤਿਸ ਸੰਗ੍ਰਹਿ ਲੋ ਰਹਿ, ਸਤਿਗੁਰੂ ਜੀ ਤਾਂ ਤਿਆਗਣਾ ਚਾਹੁੰਦੇ ਹਨ, ਔਰ ਸਿੱਖ ਸੰਗ੍ਰਹਿ ਕਰਨਾ ਚਾਹੇ, ਸਿੱਖ ਇਕੱਠਾ ਕਰਨਾ ਚਾਹੇ, ਇਹ ਤਾਂ ਕਦੇ ਵੀ ਨਹੀਂ ਹੋ ਸਕਦਾ। ਮਹਾਰਾਜਿਆਂ ਦੇ ਬਚਨਾਂ ਨੂੰ ਕੋਈ ਵੀ ਮੋੜ ਨਹੀਂ ਸਕਦਾ। ਅਣਗਣ ਸਿੱਖ ਅਣਗਣਤੀ ਵਾਰੀ, ਅਣਗਿਣਤ ਸਿੱਖ ਲੱਗੇ ਹੋਏ ਔਰ ਅਗਣਤ ਵਾਰੀ ਆ ਕੇ ਸੁੱਟ ਕੇ ਜਾਂਦੇ ਹਨ, ਫੇਰ ਲੈ ਕੇ ਆਉਂਦੇ ਹਨ, ਗਿਣਤੀ ਨਹੀਂ ਹੈ ਕੋਈ। ਅਣਗਣ ਧਨ ਆਨਤ ਜਲ ਡਾਰੀ, ਔਰ ਨਾ ਹੀ ਧਨ ਦੀ ਗਿਣਤੀ ਹੈ, ਜਿੱਥੇ ਅਣਗਿਣਤ ਸਿੱਖ ਲੱਗੇ ਹੋਏ ਔਰ ਤੋਸ਼ੇ ਖਾਨੇ ਦੇ ਵਿੱਚ ਭੰਡਾਰੇ ਵੀ ਅਣਗਿਣਤ ਹਨ। ਗੁਰੂ ਹੁਕਮ ਤੇ ਦੌਲਤ ਜਾਹੀ, ਸਤਿਗੁਰੂ ਜੀ ਦਾ ਹੁਕਮ ਹੈ, ਹੁਕਮ ਮੰਨਦਿਆਂ ਦੌੜੇ ਜਾਂਦੇ ਹਨ। ਆਏ ਸ਼ਿਕਰ ਤਹਿ ਬਿਲਮਤ ਨਾਹੀ, ਬੜੀ ਛੇਤੀ ਆਉਂਦੇ ਹਨ ਔਰ ਦੇਰ ਨਹੀਂ ਲਾਉਂਦੇ। ਸੰਧਿਆ ਲਗ ਢੋਵਨ ਗਨ ਕਰਿਓ, ਸ਼ਾਮ ਵੇਲੇ ਤੱਕ ਸੰਧਿਆ ਦਾ ਵੇਲਾ ਹੋ ਗਿਆ, ਇਉਂ ਖਜ਼ਾਨਾ ਜਿਹੜਾ ਹੈ ਢੋਣਾ ਕੀਤਾ ਹੈ। ਨੀਠ ਨੀਠ ਕਰਤੇ ਤਬ ਭਰਿਓ, ਹੌਲੀ ਹੌਲੀ ਕਰਦਿਆਂ ਸਾਰਾ ਜਿਹੜਾ ਹੈ ਇਹ ਟੋਆ ਸੀ ਉਹ ਭਰ ਦਿੱਤਾ ਹੈ। ਜਬ ਸਭ ਆਏ ਚੁੱਕਿਓ ਅਸ਼ਬਾਬ, ਜਦੋਂ ਸਾਰਾ ਅਸ਼ਬਾਬ ਮਾਲ ਧਨ ਪਹੁੰਚ ਗਿਆ ਹੈ ਖੱਡੇ ਦੇ ਵਿੱਚ, ਸਭ ਦਿਨ ਧਰਤੇ ਰਹੇ ਸ਼ਤਾਬ, ਔਰ ਸਾਰਾ ਹੀ ਦਿਨ ਸੰਗਤ ਸੇਵਾ ਵਿੱਚ ਲੱਗੀ ਰਹੀ ਹੈ। ਸਭ ਕੋ ਸ੍ਰੀ ਮੁਖ ਤੇ ਫੁਰਮਾਇਓ, ਸਭਨਾਂ ਨੂੰ ਸਤਿਗੁਰੂ ਜੀ ਫਿਰ ਪਾਵਨ ਮੁਖ ਤੋਂ ਬਚਨ ਕਰਦੇ ਹਨ। ਅਬ ਤੋ ਸਰਬ ਪਦਾਰਥ ਆਇਓ, ਹੁਣ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਸਾਰੇ ਪਦਾਰਥ ਜਿਹੜੀਆਂ ਵਸਤੂਆਂ ਸਨ ਪਹੁੰਚ ਗਈਆਂ ਹਨ। ਸਭ ਸੰਗਤ ਅਬ ਡੇਰੇ ਚਲੋ, ਸਾਰੀ ਸੰਗਤ ਹੁਣ ਡੇਰੇ ਵਿਖੇ ਚੱਲਣਾ ਕਰੋ। ਵਿਸਰਾਮੋ ਤਨ ਤੇ ਸ਼ਰਮ ਦਲੋ, ਔਰ ਹੁਣ ਤੁਸੀਂ ਭਾਈ ਚੱਲ ਕੇ ਵਿਸ਼ਰਾਮ ਕਰੋ। ਮਹਾਰਾਜ ਜੀ ਕਹਿੰਦੇ ਥੱਕ ਗਏ ਹੋ, ਸਵੇਰ ਦੇ ਕਾਰ ਸੇਵਾ ਦੇ ਵਿੱਚ ਲੱਗੇ ਹੋਏ, ਸਵੇਰ ਦੀ ਸੇਵਾ ਚੱਲ ਰਹੀ। ਸਤਿਗੁਰੂ ਜੀ ਕਹਿੰਦੇ ਹੁਣ ਤੁਸੀਂ ਥੱਕ ਗਏ, ਚੱਲ ਕਰਕੇ ਵਿਸ਼ਰਾਮ ਕਰਨਾ ਕਰੋ। ਇਮ ਕਹਿ ਗਮਨੇ ਗੁਰ ਗੋਸਾਈ, ਇਸ ਤਰ੍ਹਾਂ ਕਹਿ ਕੇ ਗੁਸਾਈ ਸਤਿਗੁਰੂ ਜੀ ਚੱਲੇ ਹਨ। ਸਿੰਘ ਸਮੂਹ ਸੰਗ ਸੁਖ ਪਾਈ, ਸਤਿਗੁਰਾਂ ਦੇ ਪਿਆਰੇ ਸਿੱਖ ਸ਼ਾਸਤਰ ਧਾਰੀ ਸੂਰਮੇ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲੇ ਹਨ। ਸੁੰਦਰ ਸਦਨ ਬਿਰਾਜੇ ਆਏ, ਨਿਜ ਮਹਿਲਾਂ ਦੇ ਵਿੱਚ ਮਹਾਰਾਜ ਜੀ ਆ ਕੇ ਬਿਰਾਜਮਾਨ ਹੋਏ ਹਨ। ਸਭ ਸਿੱਖ ਪਹੁੰਚੇ ਨਿਜ ਨਿਜ ਥਾਏ, ਔਰ ਸਾਰੇ ਗੁਰਸਿੱਖ ਮਹਾਰਾਜਿਆਂ ਦਾ ਹੁਕਮ ਹੋ ਗਿਆ ਵੀ ਭਾਈ ਚੱਲੋ, ਚੱਲ ਕੇ ਤੁਸੀਂ ਵੀ ਆਰਾਮ ਕਰ ਲਓ। ਆਪਣੇ ਆਪਣੇ ਥਾਵਾਂ ਤੇ ਸਾਰੇ ਗਏ ਹਨ। ਜਬ ਗੁਰ ਪ੍ਰਾਤ ਹੁਕਮ ਕੋ ਦਇਓ, ਜਦੋਂ ਸਵੇਰ ਵੇਲੇ ਮਹਾਰਾਜਿਆਂ ਨੇ ਹੁਕਮ ਦਿੱਤਾ ਹੈ, ਪਰਬਤ ਪਤੀ ਦੂਤ ਸੁਨ ਲਇਓ,
ਔਰ ਜਿਹੜੇ ਪਹਾੜੀ ਰਾਜਿਆਂ ਦਾ ਦੂਤ ਸੀ, ਕਿਉਂਕਿ ਸਾਰੀ ਖਬਰ ਮਹਾਰਾਜ ਜੀਆਂ ਦੀ ਭੇਜਦਾ ਹੈ ਭੀਮ ਚੰਦ ਨੂੰ। ਪਹਾੜੀ ਰਾਜਿਆਂ ਦੇ ਦੂਤ ਨੇ ਦੇਖਿਆ ਕਿ ਮਹਾਰਾਜ ਜੀਆਂ ਦਾ ਜਿੰਨਾ ਖਜ਼ਾਨਾ ਸੀ, ਜੋ ਰੁਪਈਆ ਸੀ, ਸਾਰਾ ਉਹਨਾਂ ਨੇ ਲਿਆ ਕੇ ਸਤਲੁਜ ਵਿਖੇ ਪਾ ਦਿੱਤਾ ਹੈ। ਲਿਖ ਕਰ ਸੁਧ ਤਤਕਾਲ ਪਠਾਈ। ਔਰ ਇਹ ਸਾਰੀ ਰਿਪੋਰਟ ਲਿਖ ਕਰਕੇ ਦੂਤ ਨੇ ਪਹਾੜੀ ਰਾਜਿਆਂ ਦੇ ਕੋਲ ਭੇਜੀ ਹੈ। ਗਾਟਿਓ ਧਨ ਸੰਤਾ ਜਲ ਥਾਈ। ਕਹਿੰਦਾ ਵੀ ਮਹਾਰਾਜਿਆਂ ਨੇ ਸਾਰਾ ਧਨ, ਜਿੰਨੀਆਂ ਭੇਟਾਵਾਂ ਇਹਨਾਂ ਦੇ ਦਰਬਾਰ ਵਿੱਚ ਆਉਂਦੀਆਂ, ਸਾਰਾ ਧਨ ਗੁਰੂ ਸਾਹਿਬ ਜੀ ਨੇ ਸਤਲੁਜ ਦੇ ਸਪੁਰਦ ਕਰ ਦਿੱਤਾ, ਟੋਆ ਪੁੱਟ ਕੇ ਇੱਥੇ ਦੱਬ ਦਿੱਤਾ ਹੈ। ਸੁਣ ਕੇ ਸ਼੍ਰੋਣ ਮੂਡ ਲਲਚਾਨੇ। ਰਾਜੇ ਭੀਮ ਚੰਦ ਵਰਗੇ ਸੁਣ ਕੇ ਮਨ ਦੇ ਵਿੱਚ ਲਾਲਚ ਆਇਆ, ਖੁਸ਼ੀ ਵੀ ਹੋਈ ਕਿ ਹੁਣ ਗੁਰੂ ਜੀ ਤਾਂ ਚਲੇ ਗਏ ਹਨ, ਇਹ ਖਜ਼ਾਨਾ ਅਸੀਂ ਲੱਭ ਲਵਾਂਗੇ। ਭਏ ਤਿਮਰ ਆਏ ਤਿਸ ਥਾਨੇ। ਹਨੇਰਾ ਹੋ ਗਿਆ, ਕਿਉਂਕਿ ਸਾਰਾ ਦਿਨ ਗੁਰਸਿੱਖੇ ਸੇਵਾ ਕਰਦੇ ਰਹੇ। ਸੰਧਿਆ ਦੇ ਵੇਲੇ ਮਹਾਰਾਜ ਜੀ ਉੱਠ ਕੇ ਚਲੇ ਗਏ। ਸਤਿਗੁਰਾਂ ਨੇ ਕਹਿਤਾ ਵੀ ਚਲੋ ਭਾਈ ਚੱਲ ਕੇ ਵਿਸ਼ਰਾਮ ਕਰੋ। ਹੁਣ ਮੌਕਾ ਮਿਲ ਗਿਆ ਪਹਾੜੀ ਰਾਜਿਆਂ ਨੂੰ ਵੀ ਚਲੋ ਜਿੱਥੇ ਮਹਾਰਾਜ ਜੀਆਂ ਨੇ ਖਜ਼ਾਨਾ ਰੱਖਿਆ ਜਾ ਕਰਕੇ ਕੱਢਣਾ ਕਰੀਏ। ਗਇਓ ਦੇਖ ਤਿਨ ਥਾਏ ਬਤਾਈ। ਕਿਉਂਕਿ ਜਿਹੜਾ ਦੂਤ ਸੀ ਉਹ ਛੁਪ ਕੇ ਦੇਖ ਰਿਹਾ ਸੀ ਜਿੱਥੇ ਮਹਾਰਾਜ ਜੀਆਂ ਨੇ ਧਨ ਰੱਖਿਆ। ਹੁਣ ਲਿਆ ਕਰਕੇ ਪਹਾੜੀ ਰਾਜੇ ਜਿਹੜੇ ਸਨ, ਉਹਨਾਂ ਦੀ ਫੌਜ ਆਈ ਔਰ ਉਹਨਾਂ ਨੂੰ ਉਹ ਥਾਂ ਦਿਖਾ ਦਿੱਤੀ ਹੈ ਵੀ ਇੱਥੇ ਮਹਾਰਾਜ ਜੀਆਂ ਨੇ ਧਨ ਜਿਹੜਾ ਹੈ ਉਹ ਦੱਬਿਆ ਹੈ। ਇਹ ਥਾਂ ਧਰਿਓ ਕੋਸ਼ ਸਮੁਦਾਈ। ਜਿੰਨਾ ਮਹਾਰਾਜ ਜੀਆਂ ਦੇ ਕੋਲ ਸਮੁਦਾਇਆ ਸੀ, ਜਿੰਨੀ ਸਮਗਰੀ ਸੀ ਸਤਿਗੁਰਾਂ ਦਾ, ਜਿੰਨਾ ਖਜ਼ਾਨਾ ਸੀ, ਸਾਰਾ ਗੁਰੂ ਸਾਹਿਬ ਜੀ ਨੇ ਇੱਥੇ ਲਿਆ ਕੇ ਧਰ ਦਿੱਤਾ ਹੈ। ਸੁਭਟ ਸਨਤ ਬੰਦ ਕਰ ਠੰਡੇ। ਪਹਾੜੀ ਰਾਜਿਆਂ ਦੀ ਜਿਹੜੀ ਫੌਜ ਸੀ ਤਿਆਰ ਬਰ ਤਿਆਰ ਹੋ ਕੇ, ਸਨੱਧਬੱਧ ਹੋ ਕੇ ਖੜ ਗਈ ਹੈ। ਪੁਰਦਿਸ ਕਰੇ ਲਰਨਹਿਤ ਗਾਟੇ। ਇਹਨਾਂ ਨੇ ਮੂੰਹ ਜਿਹੜਾ ਸੀ ਸ੍ਰੀ ਅਨੰਦਪੁਰ ਸਾਹਿਬ ਵੱਲ ਕਰ ਲਿਆ, ਕਿਤੇ ਇੱਧਰੋਂ ਗੁਰੂ ਸਾਹਿਬ ਜੀ ਦੀ ਫੌਜ ਨਾ ਆ ਜਾਣ, ਖਾਲਸਾਈ ਫੌਜਾਂ ਆ ਕੇ ਕਿਤੇ ਸਾਡੇ ਤੇ ਹਮਲਾ ਨਾ ਕਰ ਦੇਣ। ਇੱਧਰ ਲਿਆ ਕਰਕੇ ਇਹਨਾਂ ਨੇ ਆਪਣੀ ਫੌਜ ਖੜੀ ਕਰ ਦਿੱਤੀ ਔਰ ਉਧਰ ਸਤਲੁਜ ਦੇ ਕਿਨਾਰੇ ਲੱਭਣ ਲੱਗ ਪਏ ਹਨ ਖਜ਼ਾਨਾ। ਲੱਗੇ ਸੈਂਕੜੇ ਖੋਜਣ ਤਹਾਂ। ਸੈਂਕੜੇ ਸਿਪਾਹੀ ਜਿਹੜੇ ਹਨ, ਗੋਤਾਖੋਰ ਵੀ ਲਿਆਂਦੇ, ਭਾਲ ਕਰਦੇ ਜਿੱਥੇ ਗੁਰੂ ਸਾਹਿਬ ਜੀ ਨੇ ਖਜ਼ਾਨਾ ਰੱਖਿਆ ਹੈ। ਨਹਿ ਜਾਣੈ ਮੂਰਖ ਹੈ ਕਹਾਂ। ਇਹਨਾਂ ਮੂਰਖਾਂ ਨੂੰ ਕੀ ਪਤਾ ਹੈ ਗੁਰੂ ਸਾਹਿਬ ਜੀ ਨੇ ਖਜ਼ਾਨਾ ਕਿੱਥੇ ਰੱਖਿਆ। ਉਹ ਤਾਂ ਸਤਲੁਜ ਦੇ ਸਪੁਰਦ ਕੀਤਾ ਹੈ, ਕਿਤੇ ਦੱਬਿਆ ਨਹੀਂ। ਮਹਾਰਾਜ ਜੀਆਂ ਨੇ ਖਜ਼ਾਨਾ ਵੀ ਉੱਥੇ ਦੱਬ ਦਿੱਤਾ ਹੋਵੇ, ਉਹ ਤਾਂ ਅਮਾਨਤ ਹੈ ਗੁਰੂ ਸਾਹਿਬ ਜੀ ਦੀ, ਜਿਹੜੀ ਸਤਲੁਜ ਦੇ ਪਾਸ ਮਹਾਰਾਜ ਜੀਆਂ ਨੇ ਅਮਾਨਤ ਰੱਖੀ। ਇਹਨਾਂ ਮੂਰਖਾਂ ਨੂੰ ਨਹੀਂ ਪਤਾ ਸੀ। ਇਹਨਾਂ ਨੇ ਆਖਿਆ ਕਿਤੇ ਗੁਰੂ ਸਾਹਿਬ ਜੀ ਟੋਆ ਪੁੱਟ ਕੇ ਇੱਥੇ ਖਜ਼ਾਨਾ ਦੱਬ ਗਏ ਹਨ। ਸਭ ਜਾਮਨ ਲੋ ਖੋਜਤ ਰਹੇ। ਸਾਰੀ ਰਾਤ ਭਾਲ ਕਰਦੇ ਰਹੇ ਹਨ। ਨਦੀ ਵਿੱਚ ਜਹ ਜਹ ਜਿਨ ਕਹੇ। ਸਤਲੁਜ ਦੇ ਕਿਨਾਰੇ ਵਿਚਕਾਰ ਗੋਤਾਖੋਰ ਭਾਲ ਕਰਦੇ ਲੱਭਦੇ ਹਨ। ਇਸ ਥਲ ਬੈਠੇ ਗੁਰ ਦਿਨ ਸਾਰੇ। ਜਿੱਥੇ ਸਾਰਾ ਦਿਨ ਸਤਿਗੁਰੂ ਜੀ ਬੈਠੇ ਰਹੇ ਹਨ। ਦਿਨ ਆਗੇ ਸਗਰੋ ਤਨ ਡਾਰੇ। ਕਿਉਂਕਿ ਹੁਣ ਜਿਹੜਾ ਦੂਤ ਸੀ ਉਹਨੇ ਦੇਖਿਆ ਸੀ ਗੁਰੂ ਸਾਹਿਬ ਜੀ ਦਾ ਇੱਥੇ ਪਲੰਘਾ ਡਾਇਆ ਹੋਇਆ ਸੀ ਔਰ ਅੱਗੇ ਹੀ ਮਹਾਰਾਜ ਜੀਆਂ ਨੇ ਆਪਣੇ ਜਿਹੜਾ ਟੋਆ ਪੁੱਟਵਾਇਆ ਸੀ। ਕਹਿਣ ਲੱਗੇ ਇੱਥੇ ਸਤਿਗੁਰੂ ਜੀ ਬੈਠੇ ਸਨ ਔਰ ਇੱਥੇ ਮਹਾਰਾਜ ਜੀਆਂ ਨੇ ਆਪਣੇ ਮੂਹਰੇ ਹੀ ਲਿਆ ਕਰਕੇ ਸਾਰਾ ਖਜ਼ਾਨਾ ਜਿਹੜਾ ਸੀ ਉਹ ਪਵਾਇਆ ਹੈ। ਚਾਰ ਮਸਾਲੇ ਖੋਜਤ ਰਹੇ। ਵੱਡੀਆਂ ਵੱਡੀਆਂ ਮਸ਼ਾਲਾਂ ਜਿਹੜੀਆਂ ਸੀ ਉਹ ਬਾਲ ਦਿੱਤੀਆਂ ਗਈਆਂ, ਖੋਜ ਕਰਦੇ ਹਨ। ਖਨ ਹੈ ਮ੍ਰਿਤਕਾ ਜਲ ਮਹਿ ਰਹੇ। ਮਿੱਟੀ ਪੁੱਟਦੇ ਹਨ ਪਾਣੀ ਦੇ ਵਿੱਚੋਂ, ਥਾਂ ਥਾਂ ਤੇ ਟੋਏ ਪੁੱਟ ਕੇ ਦੇਖਦੇ ਹਨ। ਹੋਤ ਪ੍ਰਾਤ ਸੋ ਉੱਠ ਕਰ ਗਏ। ਸਵੇਰ ਹੋ ਗਈ, ਭਾਲ ਕਰਦਿਆਂ ਸਾਰੀ ਰਾਤ ਇਸੇ ਤਰ੍ਹਾਂ ਹੀ ਲੱਗ ਗਈ ਹੈ।
ਜਦੋਂ ਸਵੇਰ ਹੋਈ ਫਿਰ ਉੱਠ ਕੇ ਚਲੇ ਗਏ ਹਨ। ਹਿਰਦੈ ਵਿਸੂਰਤ ਜਨ ਲੁੱਟ ਲਏ। ਔਰ ਸਾਰੀ ਰਾਤ ਇਉਂ ਭਾਲ ਕਰਦਿਆਂ ਮਿਲਿਆ ਕੁਝ ਵੀ ਨਹੀਂ। ਮਨ ਵਿੱਚ ਬੜਾ ਝੂਰਦੇ ਹਨ ਕਿ ਸਾਡੀ ਜਿਹੜੀ ਖੋਜ ਸੀ, ਸਾਡੀ ਭਾਲ ਵਿਅਰਥ ਗਈ। ਕਿੱਥੇ ਮਹਾਰਾਜਿਆਂ ਨੇ ਖਜ਼ਾਨਾ ਰੱਖਿਆ ਹੋਣਾ। ਇਉਂ ਸ਼ਰਮਸ਼ਾਰ ਜਾ ਹੋ ਕਰਕੇ ਵਾਪਸ ਪਰਤੇ ਹਨ। ਚੜਿਓ ਦਿਵਸ ਸਿੱਖ ਦੇਖਣ ਆਏ। ਜਦੋਂ ਦਿਨ ਚੜ੍ਹਿਆ ਹੈ ਫਿਰ ਸਤਿਗੁਰਾਂ ਦੀਆਂ ਫੌਜਾਂ ਆ ਕੇ ਦੇਖਣ ਆਈਆਂ ਹਨ। ਬਹੁਤ ਸਥਾਨ ਕਰਤ ਖਨਵਾਏ। ਦੇਖਿਆ ਵੀ ਸਾਰੀ ਧਰਤੀ ਪੁੱਟੀ ਪਈ ਹੈ। ਪਹਾੜੀਆਂ ਦੀਆਂ ਫੌਜਾਂ ਨੇ ਥਾਂ ਥਾਂ ਤੇ ਟੋਏ ਪੁੱਟੇ ਹੋਏ ਹਨ। ਖੋਜ ਸੈਂਕੜੇ ਮਨੁੱਖਨ ਕੇਰਾ। ਪੈਰ ਜਿਹੜੇ ਹਨ, ਸੈਂਕੜੇ ਮਨੁੱਖਾਂ ਦੇ ਪੈੜ ਜਿਹੜੇ ਹਨ, ਉਹਨਾਂ ਦੀਆਂ ਪੈੜਾਂ ਪਈਆਂ ਹੋਈਆਂ। ਬਹੁਤ ਸਾਰੀ ਫੌਜ ਆਈ ਸੀ ਰਾਤ ਨੂੰ ਭਾਲ ਕਰਨ ਵਾਸਤੇ। ਦੇਖਿਆ ਵੀ ਥਾਂ ਥਾਂ ਤੇ ਟੋਏ ਔਰ ਇਹਨਾਂ ਦੀਆਂ ਪੈੜਾਂ ਪਈਆਂ ਹੋਈਆਂ ਹਨ। ਇਤ ਉਤ ਵਿਚਰੇ ਸੋ ਸਭ ਹੇਰਾ। ਦੇਖਿਆ ਸਿੰਘਾਂ ਨੇ ਇੱਧਰ ਉੱਧਰ ਵਿਚਰ ਕਰਕੇ ਸਾਰੀ ਥਾਂ ਦੇਖੀ ਹੈ। ਇਮ ਅਵਲੋਕ ਗਏ ਗੁਰ ਪਾਸੀ। ਦੇਖ ਕੇ ਫਿਰ ਸਤਿਗੁਰੂ ਜੀ ਦੇ ਪਾਸ ਗਏ ਹਨ। ਸਤਰਵ ਤਟ ਕੀ ਬਾਤ ਪ੍ਰਕਾਸ਼ੀ। ਜਿਵੇਂ ਸਤਲੁਜ ਦੇ ਕਿਨਾਰੇ ਪਹਾੜੀਆਂ ਨੇ ਗਾਹ ਪਾਇਆ ਹੈ, ਸਾਰਾ ਜਾ ਕੇ ਮਹਾਰਾਜਿਆਂ ਨੂੰ ਦੱਸਿਆ ਹੈ। ਖਣੀ ਥਾਂ ਤਹਿ ਦੂਰ ਕਨੇਰੀ। ਸਤਿਗੁਰੂ ਜੀ ਇਹਨਾਂ ਪਹਾੜੀਆਂ ਦੀਆਂ ਫੌਜਾਂ ਨੇ ਦੂਰ ਦੂਰ ਤੱਕ ਥਾਂ 'ਚ ਟੋਏ ਪੱਟੇ ਹੋਏ ਹਨ। ਘਣੀ ਪੈੜ ਲੋਕਨ ਕੀ ਹੇਰੀ। ਬਹੁਤ ਸਾਰੀਆਂ ਪੈੜਾਂ ਜਿਹੜੀਆਂ ਨੇ ਉਹ ਵੀ ਦੇਖੀਆਂ ਹਨ। ਸੁਨ ਸ੍ਰੀ ਮੁਖ ਤੇ ਬਾਕ ਬਖਾਨਾ। ਸੁਣ ਕੇ ਸਤਿਗੁਰੂ ਜੀ ਪਾਵਨ ਮੁਖ ਤੋਂ ਬਚਨ ਕਰਦੇ ਹਨ। ਹੈ ਪਹਾੜੀਏ ਨਰ ਅਨਜਾਨਾ। ਇਹ ਪਹਾੜੀ ਅਣਜਾਣ ਹਨ, ਇਹਨਾਂ ਨੂੰ ਪਤਾ ਨਹੀਂ ਹੈ। ਸਭ ਮਾਇਆ ਅਸਬਾਬ 84। ਜੋ ਵੀ ਸਾਡੀ ਰਾਸ਼ੀ ਸੀ, ਜਿੰਨੀ ਮਾਇਆ ਸੀ, ਜਿੰਨਾ ਧਨ ਅਸ਼ਬਾਬ ਸੀ, ਮਹਾਰਾਜ ਜੀ ਕਹਿੰਦੇ ਜੋ ਵੀ ਰਾਸ਼ੀ ਸੀ, ਹਮ ਸੌਪਿਓ ਸਤਰਵ ਕੇ ਪਾਸੀ। ਅਸੀਂ ਤਾਂ ਭਾਈ ਅਮਾਨਤ ਵਜੋਂ ਸਤਲੁਜ ਦੇ ਪਾਸ ਇਹ ਖਜ਼ਾਨਾ ਸੌਂਪਿਆ ਹੈ। ਧਰੀ ਧਰੋਹਰ ਹਮ ਸਭ ਸੰਭਾਰ। ਇਹ ਜਿੰਨਾ ਸਮਾਨ ਸੀ ਇਹ ਤਾਂ ਇੱਕ ਅਮਾਨਤ ਹੈ ਜਿਹੜੀ ਅਸੀਂ ਉਹਦੇ ਪਾਸ ਰੱਖੀ ਹੈ। ਰਹਿ ਚਿਰ ਕਾਲ ਇਸੀ ਮਝਾਰ। ਸ਼ਰੰਕਾਲ ਸਮੇਂ ਤੱਕ ਇਹ ਸਤਲੁਜ ਦੇ ਪਾਸ ਸਾਡੀ ਅਮਾਨਤ ਰਹੇਗੀ। ਪੰਥ ਹਮਾਰੋ ਪ੍ਰਗਟੈ ਭਾਰੋ। ਜਦੋਂ ਸਾਡੇ ਖਾਲਸਾ ਪੰਥ ਦਾ ਰਾਜ ਆਏਗਾ, ਪ੍ਰਿਥੀ ਰਾਜ ਲੈ ਕਰਹਿ ਉਦਾਰੋ। ਔਰ ਫਿਰ ਇੱਥੋਂ ਖਜ਼ਾਨਾ ਲੈ ਕਰਕੇ ਸਾਡਾ ਪੰਥ ਆ ਕਰਕੇ ਖਜ਼ਾਨਾ ਫਿਰ ਇਹ ਲੈ ਲਵੇਗਾ ਸਾਡੀ ਅਮਾਨਤ। ਸਿੰਘ ਪੁਰਖ ਜਨ ਮਹਿ ਬਲ ਪਹਾਰੀ। ਔਰ ਖਾਲਸਾ ਪੰਥ ਦੇ ਵਿੱਚ ਸਿੰਘ ਸੂਰਮੇ ਭਾਰੀ ਮਹਾਨ ਯੋਧੇ ਪੈਦਾ ਹੋਣੇ ਹਨ। ਮਹਾ ਤੇਜ ਸੀਰ ਗੁਣ ਪ੍ਰਹਾਰੀ। ਔਰ ਮਹਾ ਤੇਜ ਧਾਰੀ ਜਿਹੜੇ ਸੂਰਮੇ ਹੋਣਗੇ। ਤਿਸ ਕੇ ਹਿਤ ਹਮਨੇ ਇਹ ਰਾਖੀ। ਉਹਨਾਂ ਦੇ ਹਿੱਤ ਵਾਸਤੇ ਮਹਾਰਾਜ ਜੀ ਕਹਿਣ ਲੱਗੇ ਇਹ ਧਨ ਅਸੀਂ ਅਮਾਨਤ ਵਜੋਂ ਰੱਖਿਆ ਹੈ। ਸੋ ਆਵੇ ਇਸ ਕੋ ਅਬਿਲਾਖੀ। ਉਹ ਆਉਣਗੇ ਫਿਰ ਇੱਥੋਂ ਆ ਕੇ ਉਹ ਪ੍ਰਾਪਤ ਕਰ ਲੈਣਗੇ, ਇੱਥੋਂ ਮੰਗ ਲੈਣਗੇ। ਲੇਹ ਅਮਾਨਤ ਆਪਣੀ ਆਏ। ਖਾਲਸਾ ਪੰਥ ਆ ਕਰਕੇ ਆਪਣੀ ਅਮਾਨਤ ਪ੍ਰਾਪਤ ਕਰੇਗਾ। ਪਹੁੰਚੈ ਸਮਾਂ ਸਕਲ ਬਨ ਜਾਏ। ਔਰ ਸਾਰਾ ਸਮਾਂ ਜਿਹੜਾ ਹੈ ਬਿਧ ਪਰਮੇਸ਼ਰ ਨੇ ਆਪੇ ਬਣਾ ਦੇਣੀ ਹੈ। ਨਹੀਂ ਅਪਰ ਕੇ ਇਹ ਕਰ ਆਵੇ। ਹੋਰ ਕਿਸੇ ਦੇ ਹੱਥ ਨਹੀਂ ਆਉਣਾ ਇਹ ਖਜ਼ਾਨਾ। ਜਦੋਂ ਸਾਡਾ ਪੰਥ ਆਏਗਾ ਉਹ ਖਜ਼ਾਨਾ ਪ੍ਰਾਪਤ ਕਰ ਲਵੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਬਾਬਾ ਬਕਾਲੇ ਤੋਂ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ, ਸਤਿਗੁਰਾਂ ਦੇ ਪਿੱਛੇ ਪਿੱਛੇ ਸਿੰਘ ਪਾਵਨ ਸਰੂਪ ਕਰਤਾਰਪੁਰ ਵਾਲੀ ਬੀੜ ਜਿਹੜੀ ਧੀਰਮਲ ਤੋਂ ਲੈ ਕੇ ਆਏ ਸਨ, ਮੱਖਣ ਸ਼ਾਹ ਲਵਾਣਾ ਜੀ ਉਹ ਵੀ ਨਾਲ ਲਈ ਜਾਂਦੇ। ਮਹਾਰਾਜ ਜੀ ਨੇ ਦੇਖਿਆ ਪਿੱਛੇ ਪਿੱਛੇ ਮਹਾਰਾਜ ਦਾ ਸਰੂਪ ਲਈ ਆਉਂਦੇ ਸੀ। ਕਹਿੰਦੇ ਭਾਈ ਇਹ ਕਿਉਂ ਨਹੀਂ ਦੇ ਕੇ ਆਂਦਾ ਧੀਰਮਲ ਨੂੰ?
ਮਹਾਰਾਜ ਦਾ ਸਰੂਪ ਉਹਦੀ ਅਮਾਨਤਾਂ ਨੂੰ ਵਾਪਸ ਕਰ ਦੇਣੀ ਸੀ। ਕਹਿਣ ਲੱਗੇ ਮਹਾਰਾਜ ਅਸੀਂ ਨਹੀਂ ਦੇਣਾ ਮਹਾਰਾਜ ਦਾ ਸਰੂਪ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਇਹ ਅਮਾਨਤ ਉਹਦੀ ਹੈ, ਦੇ ਦੇਣਾ ਕਰੋ। ਫਿਰ ਕਹਿਣ ਸਿੰਘ ਮਹਾਰਾਜ ਅਸੀਂ ਨਹੀਂ ਜਾਣਾ। ਬਿਆਸ ਦਰਿਆ ਦੇ ਫਿਰ ਉਹ ਪਾਵਨ ਸਰੂਪ ਮਹਾਰਾਜ ਜੀਆਂ ਨੇ ਸੁਪੁਰਦ ਕੀਤਾ ਸੀ। ਜਦੋਂ ਧੀਰਮਲ ਆਇਆ, ਸੁਨੇਹਾ ਭੇਜ ਦਿੱਤਾ ਵੀ ਭਾਈ ਅਮਾਨਤ ਇੱਥੇ ਰੱਖ ਚੱਲਿਆ, ਆ ਕੇ ਇੱਥੋਂ ਪ੍ਰਾਪਤ ਕਰ ਲਈ। ਜਦੋਂ ਫਿਰ ਆ ਕੇ ਧੀਰਮਲ ਦੇਖਦਾ, ਖੋਜ ਕਰਦਾ, ਨਹੀਂ ਭਾਲ ਹੋਈ। ਜਦੋਂ ਫਿਰ ਅਰਦਾਸ ਕੀਤੀ ਮਹਾਰਾਜ ਜੀਆਂ ਦੇ ਚਰਨਾਂ 'ਚ, ਫਿਰ 8 ਪਾਤਸ਼ਾਹੀਆਂ ਤੱਕ ਅਰਦਾਸ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਨਾਂ ਫੇਰ ਨਹੀਂ ਲੈਂਦਾ। ਫਿਰ ਜਦੋਂ ਸਤਿਗੁਰਾਂ ਦੇ ਨਾਂ ਤੱਕ, 9 ਪਾਤਸ਼ਾਹੀਆਂ ਤੱਕ ਅਰਦਾਸ ਕੀਤੀ ਬਾਬਾ ਧੀਰਮਲ ਨੇ, ਫਿਰ ਪਾਵਨ ਸਰੂਪ ਉੱਪਰ ਆਇਆ। 2 ਰੁਮਾਲੇ ਜਿਹੜੇ ਸੀ, 5 ਰੁਮਾਲਿਆਂ ਦੇ ਵਿੱਚ ਸੁਖਾਸਨ ਸੀ ਮਹਾਰਾਜ ਜੀਆਂ ਦੇ ਸਰੂਪ ਦਾ। 2 ਰੁਮਾਲੇ ਜਿਹੜੇ ਸੀ ਫਿਰ ਉਹ ਥੋੜ੍ਹੇ ਥੋੜ੍ਹੇ ਸਿੱਲੇ ਹੋਏ ਸਨ। ਧੀਰਮਲ ਫਿਰ ਉਹ ਅਮਾਨਤ ਆਪਣੀ ਵਾਪਸ ਕਰਤਾਰਪੁਰ ਲੈ ਕੇ ਆਏ। ਸਤਿਗੁਰੂ ਜੀ ਕੌਤਕ ਵਰਤਾਉਂਦੇ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਸਾਡਾ ਖਾਲਸਾ ਪੰਥ ਆਏਗਾ, ਇਹ ਤਾਂ ਅਮਾਨਤ ਹੈ, ਆਪਣੀ ਅਮਾਨਤ ਇੱਥੋਂ ਪ੍ਰਾਪਤ ਕਰ ਲਵੇਗਾ। ਜੇਕਰ ਯਤਨ ਅਨੇਕ ਬਣਾਵੇ, ਜੇ ਕੋਈ ਹੋਰ ਅਨੇਕਾਂ ਯਤਨ ਬਣਾਉਂਦਾ ਹੈ ਇਹ ਧਨ ਪ੍ਰਾਪਤ ਕਰਨ ਵਾਸਤੇ। ਜਿਤਨਾ ਧਨ ਗੁਰ ਸਲਤਾ ਡਰ, ਜਿੰਨਾ ਧਨ ਗੁਰੂ ਸਾਹਿਬ ਜੀ ਨੇ ਸਤਲੁਜ ਦੇ ਵਿੱਚ ਪਾਇਆ ਹੈ। ਗੁਰ ਸਿੱਖਨ ਕਿਛ ਗਿਨਿਓ ਵਿਚਾਰ, ਗੁਰਸਿੱਖਾਂ ਨੇ ਕਹਿਣ ਲੱਗੇ ਕੋਈ ਗਿਣਤੀ ਕਰੇ, ਕੋਈ ਵਿਚਾਰ ਕਰੇ ਕਿ ਕਿੰਨਾ ਕੁ ਧਨ ਮਹਾਰਾਜ ਜੀਆਂ ਨੇ ਪਾਇਆ ਹੈ। 9 ਕਰੋੜ ਨਗਦੀ ਠਹਿਰਾਇਓ, 9 ਕਰੋੜ ਨਗਦੀ ਸੀ ਉਸ ਸਮੇਂ। 9 ਕਰੋੜ ਰੁਪਈਆ ਨਗਦੀ ਜਿਹੜਾ ਧਨ ਸੀ। ਕਵੀ ਜੀ ਕਹਿੰਦੇ ਜੇ ਕੋਈ ਮਨ ਵਿੱਚ ਵਿਚਾਰ ਕਰੇ, ਪੁੱਛੇ ਕਿੰਨਾ ਕੁ ਧਨ ਹੋਣਾ ਜਿਹੜਾ ਮਹਾਰਾਜ ਜੀਆਂ ਨੇ ਸਤਲੁਜ ਦੇ ਸੁਪੁਰਦ ਕੀਤਾ। ਮਹਾਰਾਜ ਜੀ ਕਹਿੰਦੇ 9 ਕਰੋੜ ਰੁਪਈਆ ਉਹ ਨਗਦੀ ਸੀ। ਵਸਤ ਮੂਲ ਕਛ ਨਹਿ ਨ ਲਖਾਇਓ, ਔਰ ਬਾਕੀ ਜਿਹੜੀਆਂ ਅਮੋਲਕ ਵਸਤੂਆਂ ਸਨ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਨਗ ਮੋਤੀ ਹੀਰੇ ਕਿੰਨੇ ਬਹੁ ਮੁੱਲੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ। ਫਿਰ ਜਿਹੜੇ ਸ਼ਾਸਤਰ ਹਨ ਉਸ ਸਮੇਂ, ਅੱਜ ਉਹਨਾਂ ਸ਼ਾਸਤਰਾਂ ਦੀ ਕਿਤੇ ਕੀਮਤ ਪੁੱਛੀ ਜਾਏ ਫਿਰ ਪਤਾ ਲੱਗਦਾ ਵੀ ਉਹ ਸ਼ਾਸਤਰ ਕਿੰਨੇ ਕੁ ਬਹੁ ਮੁੱਲੇ। ਜਿਹੜੀ ਭਾਈ ਬਚਿੱਤਰ ਸਿੰਘ ਜੀ ਦੇ ਪਾਸ ਨਾਗਣੀ ਸੀ ਉਸ ਸਮੇਂ ਕਹਿਣ ਲੱਗੇ 1700 ਰੁਪਈਏ ਦੀ ਮਹਾਰਾਜ ਜੀਆਂ ਨੇ ਉਹਦਾ ਮੁੱਲ ਸੀ ਉਸ ਸਮੇਂ ਗੁਰੂ ਸਾਹਿਬ ਜੀ ਦੇ ਵੇਲੇ। ਔਰ ਅੱਜ ਜਿਹੜਾ ਉਹਦਾ ਮੁੱਲ ਹੈ ਅੱਜ ਤਾਂ ਕੋਈ ਦੇ ਹੀ ਨਹੀਂ ਸਕਦਾ ਕਿੰਨਾ ਕੁ ਮੁੱਲ, ਕਿਉਂਕਿ 1700 ਰੁਪਈਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਵੇਲੇ ਬਚਿੱਤਰ ਸਿੰਘ ਨੂੰ ਜਿਹੜੀ ਮਹਾਰਾਜ ਜੀਆਂ ਨੇ ਨਾਗਣੀ ਦਿੱਤੀ। ਐਸੇ ਸਤਿਗੁਰਾਂ ਦੇ ਇਹ ਅਮੋਲਕ ਸ਼ਾਸਤਰ, ਜਦੋਂ ਇਹਨਾਂ ਦੀ ਕੀਮਤ ਪੁੱਛੀ ਜਾਏ ਕੌਣ ਤਾਰ ਸਕਦਾ ਹੈ ਮੁੱਲ। ਐਸੇ ਬੇਸ਼ੁਮਾਰ ਕੀਮਤੀ ਜਿਹੜੇ ਸ਼ਾਸਤਰ ਸਨ। ਕਵੀ ਜੀ ਕਹਿੰਦੇ ਭਾਈ ਕੋਈ ਪੁੱਛੇ ਤਾਂ ਉਹਨਾਂ ਦਾ ਕੋਈ ਮੁੱਲ ਨਹੀਂ ਹੈ, ਕੋਈ ਕੀਮਤ ਨਹੀਂ ਹੈ। ਹਾਂ ਜਿਹੜਾ ਨਗਦੀ ਰੁਪਈਆ ਸੀ ਉਹ ਇੰਨਾ ਕੁ ਸੀ। ਕੰਚਨ ਕੀ ਕਛ ਗਿਣਤੀ ਨਾਹੀ, ਸਿਉਨੇ ਦੀ ਕੋਈ ਗਿਣਤੀ ਨਹੀਂ ਹੈ। ਮਹਾਂ ਜਵੇ ਜਵਾਹਰ ਮੋਲ ਨ ਤਾਹੀ, ਔਰ ਜਿਹੜੇ ਹੀਰੇ ਮੋਤੀ ਨਗ ਜਵਾਹਰ ਜੇਵਰ ਸਨ ਉਹਨਾਂ ਦਾ ਕੋਈ ਮੁੱਲ ਨਹੀਂ ਹੈ। ਗੁਰ ਘਰ ਜਹ ਲਖਮੀ ਤਹ ਰਹੇ, ਸਤਿਗੁਰੂ ਦੇ ਘਰ ਵਿੱਚ ਜਿੱਥੇ ਮਹਾਰਾਜਿਆਂ ਦੀ ਸ਼ਰਨ ਹੈ, ਜਿੱਥੇ ਸਤਿਗੁਰਾਂ ਦਾ ਵਾਸਾ ਹੈ, ਗੁਰਾਂ ਦੇ ਘਰ ਉੱਥੇ ਲక్ష్ਮੀ ਦਾ ਵਾਸਾ ਹੈ। ਤਿਸ ਕੀ ਗਿਣਤੀ ਕਹੋ ਕੋ ਕਹੇ, ਕੌਣ ਗਿਣਤੀ ਕਰ ਸਕਦਾ ਹੈ। ਲక్ష్ਮੀ ਖੜੀ ਤੁਮਰੇ ਦਰਬਾਰਾ, ਉਹਨਾਂ ਦੇ ਤਾਂ ਦਰਬਾਰ ਅੱਗੇ ਹੱਥ ਜੋੜ ਕੇ ਖੜੀ ਹੈ। ਕੌਣ ਉੱਥੇ ਗਿਣਤੀ ਕਰ ਸਕਦਾ ਹੈ। ਇਹ ਸਤਿਗੁਰ ਕੇ ਉਚਰ ਬਿਲਾਸ, ਭਾਈ ਇਹ ਤਾਂ ਸਤਿਗੁਰਾਂ ਦੇ ਕੌਤਕ ਹਨ, ਮਹਾਰਾਜਿਆਂ ਦੇ ਇਹ ਬਿਲਾਸ ਹਨ। ਪਠਨ ਸੁਨਨ ਕੋ ਕਰੋ ਪ੍ਰਕਾਸ਼, ਇਹ ਮਹਾਰਾਜਿਆਂ ਦੇ ਇਹ ਕੌਤਕ ਪੜ੍ਹਨ ਵਾਸਤੇ, ਸੁਣਨ ਵਾਸਤੇ ਹਿਰਦੇ ਅੰਦਰ
ਸ਼ਰਧਾ ਬਣ ਸਕੇ, ਭਾਵਨਾ ਬਣ ਸਕੇ। ਕਵੀ ਜੀ ਕਹਿੰਦੇ ਮੈਂ ਪ੍ਰਕਾਸ਼ ਕੀਤੇ, ਬਿਆਨ ਕੀਤੇ ਹਨ। ਸਦਾ ਬੇਅੰਤ ਅੰਤ ਜਿਸ ਨਾਹੀ। ਸਤਿਗੁਰੂ ਜੀ ਬੇਅੰਤ ਹਨ। ਮਹਾਰਾਜ ਜੀਆਂ ਦੀ ਮਹਿਮਾ ਬੇਅੰਤ ਹੈ। ਸਤਿਗੁਰਾਂ ਦੇ ਕੌਤਕ ਬੇਅੰਤ ਹਨ। ਮਹਾਰਾਜ ਜੀਆਂ ਦੀ ਕਲਾ, ਸਤਿਗੁਰਾਂ ਦੇ ਚੋਜ, ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ। ਸੰਖਿਆ ਕਰਨ ਕੌਣ ਤਿਨ ਚਾਹੀ। ਕੌਣ ਤਿਨਾਂ ਦੀ ਗਿਣਤੀ ਕਰ ਸਕਦਾ ਹੈ, ਲੇਖੇ ਵਿੱਚ ਨਹੀਂ। ਕੌਣ ਮਹਿਮਾ ਜਾਣ ਸਕਦਾ ਹੈ। ਭੱਟ ਸਾਹਿਬਾਨਾਂ ਨੇ ਕਹਿ ਦਿੱਤਾ, ਘਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਕੋਈ ਬੁੱਧੀਮਾਨ ਅੰਤ ਪਾ ਸਕਦਾ ਹੈ ਸਾਗਰ ਦੀਆਂ ਲਹਿਰਾਂ ਦਾ। ਕਿੰਨੀਆਂ ਕੁ ਲਹਿਰਾਂ ਉੱਠਦੀਆਂ ਹਨ। ਸੂਰਜ ਤੋਂ ਕਿਰਨਾਂ ਜਿਹੜੀਆਂ ਪੈਂਦੀਆਂ ਧਰਤੀ ਤੇ, ਉਹਦਾ ਅਨੁਮਾਨ, ਸੂਰਜ ਦੀ ਦੂਰੀ ਕਿੰਨੀ ਕੁ ਦੂਰੀ ਹੈ ਧਰਤੀ ਤੋਂ ਸੂਰਜ ਦੀ। ਸਾਇੰਸਦਾਨ ਵਿਗਿਆਨੀ ਜਿਹੜੇ ਹਨ ਉਹ ਅੰਦਾਜ਼ਾ ਲਾਉਂਦੇ, ਇੰਨੀ ਕੁ ਦੂਰੀ ਹੈ ਧਰਤੀ ਤੋਂ ਔਰ ਇੰਨੀਆਂ ਕੁ ਕਿਰਨਾਂ ਹਨ। ਕਿਰਨਾਂ ਦੇ ਵਿੱਚ ਇੰਨਾ ਕੁ ਟੈਂਪਰੇਚਰ ਹੈ, ਤਾਪਮਾਨ ਹੈ ਸੂਰਜ ਦਾ। ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਇੰਨੀ ਕੁ ਠੰਡਕ ਹੈ, ਇੰਨੀ ਕੁ ਸ਼ਾਂਤੀ ਹੈ। ਇਹਨਾਂ ਦਾ ਅਨੁਮਾਨ ਜਿਹੜਾ ਹੈ ਉਹ ਲਾਉਂਦੇ ਵਿਗਿਆਨੀ। ਹੁਣ ਗ੍ਰਹਿਾਂ ਤੇ ਮੰਡਲਾਂ ਤੇ ਵਿਗਿਆਨੀ ਜਿਹੜੇ ਹਨ ਪਹੁੰਚਣ ਲੱਗ ਪਏ। ਚੰਦਰਮਾ ਤੇ ਜਾ ਕਰਕੇ ਖੋਜ ਕਰਦੇ, ਭਾਲ ਕਰਦੇ, ਚੰਦਰਮਾ ਦੀ ਧਰਤੀ ਕਿਹੋ ਜਿਹੀ ਹੈ ਖੋਜ ਕਰਦੇ, ਅੰਦਾਜ਼ਾ ਲਾ ਸਕਦੇ ਹਨ। ਪ੍ਰਿਥਵੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿੰਨੇ ਵਰਗ ਕਿਲੋਮੀਟਰ ਹੈ ਇਹ ਪ੍ਰਿਥਵੀ, ਖੋਜ ਕਰਦੇ ਹਨ। ਖੋਜੀ ਕਹਿਣ ਲੱਗੇ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੇ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਤੁਹਾਡੀ ਉਪਮਾ, ਤੁਹਾਡੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ। ਪ੍ਰਿਥਵੀ ਦਾ, ਗ੍ਰਹਿ ਮੰਡਲਾਂ ਦਾ, ਤਾਰਿਆਂ ਦਾ, ਨਛੱਤਰਾਂ ਦਾ, ਇਹਨਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸ਼ਿਵ ਜੀ ਕਿੰਨਾ ਚਿਰ ਸਮਾਧੀ ਵਿੱਚ ਬੈਠੇ, ਰੁਦਰ ਧਿਆਨ, ਕਿੰਨੇ ਕੁ ਧਿਆਨ ਦੇ ਵਿੱਚ ਬੈਠੇ, ਕਿੰਨੀ ਕੁ ਲੰਮੀ ਸਮਾਧੀ ਹੈ, ਕੋਈ ਦੱਸ ਸਕਦਾ ਹੈ। ਪਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਤੇਰੀ ਉਪਮਾ ਤੋਹੇ ਬਣਿਆ ਹੈ। ਤੁਹਾਡੀ ਉਪਮਾ ਕੌਣ ਕਰ ਸਕਦਾ ਹੈ, ਉਹ ਤਾਂ ਤੁਹਾਨੂੰ ਹੀ ਬਣ ਆਉਂਦੀ ਹੈ। ਸਤਿਗੁਰਾਂ ਦੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ। ਕਹਿਣ ਲੱਗੇ, ਸਤਿਗੁਰੂ ਜੀ ਆਪਣੀ ਮਹਿਮਾ ਆਪ ਹਨ। ਦੋਹਰਾ ਇੱਕ ਬਿਰਦੇਸ਼ ਵਿਦੇਸ਼ ਤੇ ਗਨ ਸੰਗਤ ਚਲ ਆਏ। ਇੱਕ ਵਾਰ ਦੇਸ਼ਾਂ ਵਿਦੇਸ਼ਾਂ ਤੋਂ ਮਹਾਰਾਜਿਆਂ ਦੀ ਹਜ਼ੂਰੀ ਵਿਖੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਸਾਰੀ ਸੰਗਤ ਚੱਲ ਕਰਕੇ ਆਈ ਹੈ। ਪਰੀ ਰਹੀ ਅਨੰਦਪੁਰ ਕਰ ਦਰਸ਼ਨ ਕੀ ਚਾਹੇ। ਇੱਛਾ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਸੁਆਮੀ ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹਨਾ। ਔਰ ਆਉਂਦੀ ਹੈ ਸੰਗਤ ਮਹਾਰਾਜਿਆਂ ਦੇ ਦਰਸ਼ਨਾਂ ਦੀ ਚਾਹ ਲੈ ਕਰਕੇ। ਚੌਪਈ ਕਰੀ ਮੇਵਰੇ ਸੁਤ ਸਤਿਗੁਰ ਕੋ। ਔਰ ਜਦੋਂ ਸੰਗਤ ਆਈ ਮਹਾਰਾਜਿਆਂ ਦੇ ਦਰਸ਼ਨ ਕਰਨ ਵਾਸਤੇ, ਮੇਵੜੇ ਸਿੰਘ ਨੇ ਜਾ ਕੇ ਸਤਿਗੁਰਾਂ ਨੂੰ ਦੱਸਿਆ ਹੈ। ਸੰਗਤ ਦਰਸ ਮਨੋਰਥ ਪੁਰ ਕੋ। ਸਤਿਗੁਰੂ ਜੀ ਸੰਗਤ ਦਾ ਮਨੋਰਥ ਹੈ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਇਹ ਮਨੋਰਥ ਲੈ ਕਰਕੇ ਸੰਗਤ ਆਈ ਹੈ। ਕਨੀ ਬਟੋਰਨ ਹੈ ਚਲ ਆਈ। ਮਹਾਰਾਜ ਬਹੁਤ ਸਾਰੀ ਸੰਗਤ ਹੈ, ਬਹੁ ਗਿਣਤੀ ਦੇ ਵਿੱਚ ਸੰਗਤ ਚੱਲ ਕੇ ਆਈ ਹੈ। ਬੀਤੇ ਕੇਤਕ ਦਿਵਸ ਇਥਾਈ। ਸਤਿਗੁਰੂ ਜੀ ਕਈ ਦਿਨ ਬਤੀਤ ਹੋ ਗਏ ਹਨ ਸੰਗਤ ਨੂੰ ਆਇਆ, ਔਰ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਕਰਦੀ ਹੈ। ਸੁਨ ਕਲਗੀਧਰ ਗਿਰਾ ਉਚਾਰੀ। ਕਲਗੀਧਰ ਸਤਿਗੁਰਾਂ ਨੇ ਇਉਂ ਬਚਨ ਕੀਤਾ ਹੈ। ਕਰਹੁ ਪ੍ਰਾਤ ਕੋ
ਸਭ ਕਿਛ ਤਿਆਰੀ। ਮਹਾਰਾਜ ਜੀ ਕਹਿੰਦੇ ਭਾਈ ਸਵੇਰ ਵੇਲੇ ਸਾਰੀ ਤਿਆਰੀ ਕਰ ਦੇਣਾ ਕਰੋ। ਬੈਠੇ ਸਭਾ ਸਥਾਨ ਪਿਛਾਰੀ। ਔਰ ਜਦੋਂ ਆ ਕਰਕੇ ਦੀਵਾਨ ਦੇ ਵਿੱਚ ਸੰਗਤਾਂ ਨੂੰ ਅਸੀਂ ਦਰਸ਼ਨ ਦੇਵਾਂਗੇ। ਕਹਿ ਦੀਜਹਿ ਜਹ ਕਹਿ ਨਰ ਨਾਰੀ। ਸਭਨਾਂ ਨੂੰ ਕਹਿ ਦਿਓ ਭਾਈ ਦੀਵਾਨ ਦੇ ਵਿੱਚ ਮਹਾਰਾਜ ਜੀਆਂ ਦੇ ਦਰਸ਼ਨ ਹੋਣਗੇ। ਜਿੰਨੀ ਸੰਗਤ ਆਈ ਹੈ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਆ ਕੇ ਦਰਸ਼ਨ ਕਰੇ। ਸੁਨਤ ਹੁਕਮ ਇਮ ਨਿਸਾ ਬਿਤਾਈ। ਮੇਵੜੇ ਸਿੰਘ ਨੇ ਮਹਾਰਾਜ ਜੀਆਂ ਦੇ ਬਚਨ ਸੁਣੇ, ਸਤਿਗੁਰਾਂ ਦਾ ਹੁਕਮ ਸੁਣਿਆ, ਰਾਤ ਬਤੀਤ ਹੋਈ ਹੈ। ਉੱਠੇ ਪ੍ਰਾਤ ਸੇਵਕ ਸਮੁਦਾਈ। ਅੰਮ੍ਰਿਤ ਵੇਲੇ ਸਾਰੀ ਸੰਗਤ ਉੱਠੀ ਹੈ, ਇਸ਼ਨਾਨ ਪਾਨ ਕੀਤਾ ਹੈ, ਸੇਵਕ ਸਾਰੇ ਅੰਮ੍ਰਿਤ ਵੇਲੇ ਉੱਠੇ ਹਨ। ਅਨਕ ਵਰਨ ਕੇ ਕਰੇ ਬਿਛਾਉਨੇ। ਬਹੁ ਪ੍ਰਕਾਰ ਦੀ ਵਿਛਾਈ ਜਿਹੜੀ ਹੈ ਮਹਾਰਾਜ ਜੀਆਂ ਦਾ ਸੁੰਦਰ ਦਰਬਾਰ ਸਜਿਆ ਹੈ ਔਰ ਸੁੰਦਰ ਵਿਛਾਈ ਕੀਤੀ ਗਈ ਹੈ। ਹੇਮ ਪ੍ਰਿਅੰਕਟ ਸਾਇਹੁ ਲਾਉਨੇ। ਔਰ ਵਿਚਕਾਰ ਮਹਾਰਾਜ ਜੀਆਂ ਦਾ ਸੁੰਦਰ ਪਲੰਗ ਢਾਇਆ ਗਿਆ ਹੈ। ਆਸਤਰਨ ਕੇ ਸਹਿਤ ਸੁਹਾਵਤ। ਬੜੇ ਸੁੰਦਰ ਦੋ ਸਰਾਣੇ ਪਲੰਗ ਦੇ ਰੱਖੇ ਹੋਏ ਹਨ। ਸੇਜ ਬੰਤ ਸੁੰਦਰ ਛਬ ਪਾਵਤ। ਐਸੀ ਸੁੰਦਰ ਸ਼ੋਭਾ ਹੈ ਮਹਾਰਾਜ ਜੀਆਂ ਦੇ ਸੁੰਦਰ ਦਰਬਾਰ ਦੀ। ਕਟ ਸੋ ਕਸ ਨਿਖੰਗ ਸ਼ਮਸ਼ੇਰ। ਮਹਾਰਾਜ ਜੀਆਂ ਨੇ ਕਮਰ ਕਸੇ ਦੇ ਵਿੱਚ ਸਤਿਗੁਰਾਂ ਨੇ ਗਾਤਰੇ ਸ਼ਮਸ਼ੇਰ ਕਸੀ ਹੈ, ਕਮਰ ਕਸਾ ਕਸਿਆ ਹੈ। ਧਨ ਕਰ ਗਏ ਬਨੇ ਸ਼ਮਸ਼ੇਰ। ਔਰ ਮਹਾਰਾਜ ਜੀਆਂ ਨੇ ਧਨੁਖ ਆਪਣੇ ਹੱਥ ਵਿੱਚ ਫੜਿਆ ਹੈ। ਆਨ ਬਿਰਾਜੇ ਸਭਾ ਸਥਾਨ। ਤਿਆਰ ਬਰ ਤਿਆਰ ਹੋ ਕਰਕੇ ਸਤਿਗੁਰੂ ਜੀ ਦੀਵਾਨ ਦੇ ਵਿੱਚ ਮਹਾਰਾਜ ਜੀ ਆ ਕੇ ਬਿਰਾਜਮਾਨ ਹੋਏ ਹਨ। ਸਿੰਘ ਪੁੰਜ ਕੋ ਲੱਗਿਓ ਦੀਵਾਨ। ਸਤਿਗੁਰਾਂ ਦੀਆਂ ਫੌਜਾਂ ਸਾਰੀ ਸੰਗਤ ਦੀਵਾਨ ਸਜ ਗਿਆ ਹੈ। ਸਤਿਗੁਰ ਕੀ ਸੁਧ ਸੰਗਤ ਪਾਈ। ਔਰ ਜਦੋਂ ਸਤਿਗੁਰੂ ਜੀ ਦੀਵਾਨ ਦੇ ਵਿੱਚ ਬਿਰਾਜਮਾਨ ਹੋ ਗਏ ਸੰਗਤ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਹੁਮ ਹੁਮਾਏ ਦਰਸ਼ਨ ਕੋ ਆਈ। ਚਾਉ ਹੈ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਮਨ ਦੇ ਵਿੱਚ ਚਾਉ ਪੈਦਾ ਹੋਇਆ ਸਤਿਗੁਰਾਂ ਦੇ ਦਰਸ਼ਨ ਕਰੀਏ ਚੱਲ ਕਰਕੇ। ਮਹਾਰਾਜ ਜੀ ਦਰਬਾਰ ਦੇ ਵਿੱਚ ਆ ਕੇ ਸਜ ਗਏ ਹਨ ਔਰ ਸੰਗਤਾਂ ਹੁਮ ਹੁਮਾ ਕਰਕੇ ਬੜੇ ਚਾਉ ਦੇ ਨਾਲ ਮਹਾਰਾਜ ਜੀਆਂ ਦੇ ਦਰਸ਼ਨ ਕਰਦੀਆਂ ਹਨ। ਅਨੇਕ ਅਕੋਰਨ ਕਹੁ ਅਰਪੰਤੀ। ਬਹੁ ਮੁੱਲੀਆਂ ਭੇਟਾਵਾਂ ਸਤਿਗੁਰਾਂ ਦੇ ਹਜੂਰ ਭੇਟ ਕਰਦੇ ਹਨ। ਬੰਦਤ ਪਦ ਅਰਬਿੰਦ ਪੁਜੰਤੀ। ਮਹਾਰਾਜ ਜੀਆਂ ਦੇ ਚਰਨਾਂ ਤੇ ਡੰਡੌਤ ਬੰਦਨ ਕਰਦੇ ਹਨ। ਵੱਡੀ ਭੀੜ ਹੋਈ ਗੁਰ ਤੀਰ। ਵੱਡੀ ਭੀੜ ਹੈ ਸਤਿਗੁਰਾਂ ਦੇ ਕੋਲ ਦਰਸ਼ਨ ਕਰਨ ਵਾਸਤੇ, ਕਿਉਂਕਿ ਕਈ ਦਿਨ ਹੋ ਗਏ ਸੰਗਤ ਨੂੰ ਆਇਆ ਔਰ ਬਹੁ ਗਿਣਤੀ ਵਿੱਚ ਸੰਗਤ ਆਈ ਹੈ। ਵੱਡੀ ਭੀੜ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਸੰਗਤ ਜਿਵੇਂ ਚੱਲ ਕਰਕੇ ਮਹਾਰਾਜ ਜੀਆਂ ਦੀਆਂ ਅਸੀਸਾਂ ਖੁਸ਼ੀਆਂ ਪ੍ਰਾਪਤ ਕਰਦੀ ਹੈ। ਸੰਗਤ ਅੱਗੇ ਕਵੀ ਜੀ ਸਰਵਣ ਕਰਾ ਰਹੇ ਹਨ। ਜਿਨ੍ਹਾਂ ਮਹਾਨ ਉੱਤਮ ਜਸ ਸਰਵਣ ਕੀਤਾ ਹੈ ਸਤਿਗੁਰੂ ਜੀ ਰਹਿਮਤ ਕਰਨ, ਹਿਰਦੇ ਅੰਦਰ ਵਸੇ, ਸਾਡਾ ਜੀਵਨ ਸਵਰੇ, ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪਹਿ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ
ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਬਿਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਰਹਿ ਪੀ ਹੋਵਨਹਾਰ ਹੇ ਸੰਤਾਂ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਹੋਈਐ ਪਰੋਇ ਆਵੇ ਪ੍ਰਭ ਸ਼ਰਨਾਗਤੀ ਨਿਤ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਇਸ ਉਤਰੇ ਪਾਰ ਜੋ ਸਰਦਾ ਕਰ ਸੇਵੰਦੇ ਪਾਰ ਉਤਾਰਨ ਹਾਰ ਸਗਲ ਦੁਆਰ ਕਉ ਛਾੜ ਕੇ ਤੁਹਾਰੋ ਦੁਆਰ ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੇ ਤੁਹਾਰੋ ਦੁਆਰ ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।